दीनानाथ मया करो शरीर स्वस्थ खीण समय सिमरंत नानक राम दामोदर माधव है। अमा बख्शो बख्शिंद दस्तगीर और रजा बख्श रोजी देहो दिल पाजीर। ना साजो ना बाजो ना फौजो ना फरशो खुदावंद बख्शिंद यो ऐशो अरशो। ज्यों त्यों प्रेम खेलन का चाओ सिर धर तली गली मेरी आओ। इत मार्ग पैर तरीजै सिर दीजै कान ना कीजै। चवर छतर तख्त दे मालक साहिब श्री गुरु ग्रंथ साहिब जी की पवित्र गोद विच विराजमान गुरु स्वरूप गुरु प्यारी खालसा साध संगत जी फतेह प्रवान करो। वाहिगुरू जी का खालसा वाहिगुरू जी की फतेह। धन धन श्री गुरु ग्रंथ साहिब सच्चे पातशाह जी की छत्र छाया हेठ मलेशिया दियां समुचियां संगतां समुचे प्रबंधकां वल्लों श्री गुरु अर्जन देव साहिब जी शहादत की अवधि नूं वडियाउण वाले समुचे ही खालसा पंथ दे शहीद समुचे ही 1984 दे घल्लूघारे दे शहीद समुचिया इन्हां महापुरुषां दी याद नूं समर्पित ये महान गुरमत समागम उचेचे तौर ते उलीके गए हन। जिथे शहादत दी मान मर्यादा वडियाई ते आपां चानना पावांगे उत्थे दास नूं हुक्म होया है सोहला जिस नूं असीं कीर्तन सोहला कहिंदे हां। कल तो 6 दीवान रह जाने ने और इन्हां दे अंदर आपां यतन करांगे सोहला साहब जी दा कीर्तन सोहले दा व्याख्या सहित आप संगतां दे सन्मुख भोग पाया जावे और समाप्ति ते ये नहीं समझ लेना भी बाणी दा भोग पै गया है। अपनी विचार का ही भोग पैंदा है। बाणी अगम है बेअंत है असीम है। बुलारे का समा मुक सकता है उलीके हुए समागमां की लड़ी मुक सकती है। शब्द की विचार नहीं मुक सकती है तो आदि काल तो चलिया आउंदा है। असीं रहे जां ना रहे होसी भी सच इन्हें रहना है। धन धन श्री गुरु अर्जन साहब सच्चे पातशाह जी दे भी बचन आने ने। उस अगमी जोत गुरु नानक साहब आप नारायण कलाधार जग मह परवरिओ दे भी बचन आने ने। देखो सिख नूं ये हुक्म है
ਮੋਟੀ ਜੀ ਗੱਲ ਤੁਹਾਨੂੰ ਦੱਸ ਦੇਵਾਂ, ਐਵੇਂ 3-5 ਦੇ ਰੌਲੇ 'ਚ ਬਾਅਦ 'ਚ ਪਏ ਰਹਿੰਦੇ ਆਪਾਂ। ਅੰਮ੍ਰਿਤ ਤਿਆਰ ਕੀਤਾ ਪੰਜਾਂ ਬਾਣੀਆਂ ਨਾਲ ਤੇ ਕਾਬੂ ਕਰਨਾ ਹੈ ਪੰਜਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਤੇ ਪੰਜਾਂ ਦੇ ਟਾਕਰੇ ਲਈ 5 ਬਾਣੀਆਂ ਦਿੱਤੀਆਂ ਨੇ ਕਲਗੀਧਰ ਨੇ, ਜਪਜੀ ਜਾਪ ਸਵਈਏ ਚੌਪਈ ਤੇ ਆਨੰਦ ਸਾਹਿਬ। ਔਰ ਜਿਹੜਾ ਇਹਨਾਂ ਪੰਜਾਂ ਬਾਣੀਆਂ ਨਾਲ ਪੰਜਾਂ ਨੂੰ ਜਿੱਤ ਗਿਆ, ਜਿੱਤਣੇ ਔਖੇ ਨੇ, ਆਪਣੀ ਸਮਰੱਥਾ ਨਹੀਂ ਹੈ ਵੀ ਬਾਣੀ ਪੜ੍ਹ ਕੇ ਜਿੱਤ ਲਈਏ, ਨਾਲ ਕਿਰਪਾ ਚਾਹੀਦੀ ਹੈ। ਨਿਹੱਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਇਹਨਾਂ ਪੰਜਾਂ ਭਲਵਾਨਾਂ ਨੂੰ ਕੋਈ ਮਾਈਕਾ ਲਾਲ ਨਹੀਂ ਜਿੱਤ ਸਕਿਆ। ਜੇ ਜਿੱਤਿਆ ਹੈ ਤੇ ਜਿਹਨੂੰ ਗੁਰੂ ਰਾਮਦਾਸ ਨੇ ਥਾਪੜਾ ਦਿੱਤਾ ਹੈ। ਰਾਵਣ ਦੁਨੀਆ ਜਿੱਤ ਗਿਆ ਹੈ। ਦੁਨੀਆ ਜਿੱਤਣ ਤੋਂ ਭਾਵ ਹੈ ਵੀ ਉਹਦੇ ਮੁਕਾਬਲੇ ਤੇ ਜਿਹੜਾ ਵੀ ਆਉਂਦਾ ਉਹਦੇ ਤੋਂ ਹਾਰ ਜਾਂਦਾ ਹੈ। ਬੜਾ ਡਾਂਗ ਵਿੱਚ ਬਲ ਹੈ ਉਹਦੇ, ਬੜਾ ਬਾਹੂਬਲੀ ਰਾਜਾ ਹੈ, ਜ਼ੁਬਾਨ ਦਾ ਵੀ ਚਤੁਰ ਬਖਤਾ ਗਿਆਨੀ ਹੈ, ਪੰਡਤ ਹੈ। ਪੰਡਤ ਵਿਦਵਾਨ ਨੂੰ ਕਹਿੰਦੇ ਨੇ, ਨਿਰਾ ਉਹ ਬੋਧੀ ਵਾਲੇ ਨੂੰ ਨਾ ਸਮਝ ਲਿਆ ਕਰੋ, ਵਿਦਵਤਾ ਵਿੱਚ ਨਿਪੁੰਨ, ਵੇਦ ਸ਼ਾਸਤਰ ਐ ਉਂਗਲਾਂ ਤੇ ਨੱਚਦੇ ਨੇ ਉਹਦੇ। ਔਰ ਅਸੀਂ ਗਿਆਨੀ ਲੋਕਾਂ ਤੋਂ ਸੇਧ ਲੈਨੇ ਆ ਵੀ ਬਾਬਾ ਜੀ ਸਿੱਖਿਆ ਦਿਓ। ਏਡਾ ਵੱਡਾ ਗਿਆਨੀ ਹੋ ਕੇ, ਏਡਾ ਵੱਡਾ ਵਿਦਵਾਨ ਹੋ ਕੇ, ਡਾਂਗ ਦੇ ਬਲਬੂਤੇ ਦੁਨੀਆ ਨੂੰ ਘੁਟਨਿਆਂ ਤੇ ਸੁੱਟਣ ਵਾਲਾ ਰਾਵਣ, ਬੇਅੰਤ ਉਹਦੀਆਂ ਤਾਕਤਾਂ ਦਾ ਬਿਆਨ ਗੁਰੂ ਗ੍ਰੰਥ ਸਾਹਿਬ ਨੇ ਕੀਤਾ ਹੈ, ਆਪਾਂ ਜਾਣਦੇ ਹਾਂ। ਔਰ ਇੰਨਾ ਕੁ ਬਿਆਨ ਕੀਤਾ ਵੀ ਇੰਨੀ ਤਾਕਤ ਹੋਰ ਕਿਸੇ ਬੰਦੇ ਦੀ ਨਹੀਂ। ਬੈਸੰਤਰ ਕਹਿੰਦੇ ਉਹ ਗੁਲਾਮੀ ਕਰ ਰਹੀ ਹੈ, ਦੇਵਤੇ ਇਹਦੇ ਗੁਲਾਮ ਨੇ। ਕਾਲ ਨੂੰ ਇਹ ਬੰਨੀ ਫਿਰਦਾ ਹੈ, ਪਰ ਕਾਲ ਸਦਾ ਲਈ ਨਹੀਂ ਵੱਜਦਾ। ਠੀਕ ਹੈ, ਜਿੰਨੇ ਦਿਨ ਉਹਨੇ ਸਵਾਸ ਦਿੱਤੇ ਨੇ ਨੱਚਦਾ ਹੈ ਬੰਦਾ। ਦੁਨੀਆ ਨੇ, ਰੂਹੇ ਜ਼ਮੀਨ ਨੇ ਕੋਈ ਇੱਦਾਂ ਦਾ ਇਨਸਾਨ ਨਹੀਂ ਪੈਦਾ ਕੀਤਾ ਜਿਹੜਾ ਸਦਾ ਲਈ ਕਾਲ ਤੋਂ ਬਚ ਜਾਵੇ। ਆ ਕੀਰਤਨ ਸੋਹਲੇ ਵਿੱਚ ਆਵੇਗਾ, ਘਰ ਘਰ ਇਹੋ ਪਹੁੰਚਾ। ਇਹ ਸੱਦੇ ਸਾਰਿਆਂ ਦੇ ਘਰ ਪੈਣੇ ਨੇ, ਭਾਵੇਂ ਕੋਈ ਅਮੀਰ ਹੈ, ਗਰੀਬ ਹੈ, ਬਜ਼ੁਰਗ ਹੈ, ਜਵਾਨ ਹੈ ਜਾਂ ਬੱਚਾ ਹੈ। ਦਸਮ ਪਾਤਸ਼ਾਹ ਨੇ ਇੱਕ ਬਚਨ ਲਿਖਿਆ, ਕਹਿੰਦਾ ਕਿੱਥੇ ਕਿੱਥੇ ਜਾ ਸਕਦਾ ਹੈ, ਮੌਤ ਤੋਂ ਭੱਜੇਗਾ ਕਿੱਥੇ ਜਾਵੇਂਗਾ, ਖੰਭ ਲੱਗ ਜਾਣ ਉੱਡ ਜਾ, ਦੂਰ ਚਲਿਆ ਜਾ, ਵੀ ਸ਼ਾਇਦ ਧਰਤੀ ਤੇ ਮੌਤ ਆਵੇਗੀ। ਜਲ ਕਹਾਂ ਥਲ ਕਹਾਂ, ਗगन ਕੇ ਗੌਨ ਕਹਾਂ। ਕਹਿੰਦੇ ਹੋ ਸਕਦਾ ਹੈ ਚੁੱਭੀ ਮਾਰ ਕੇ ਤੂੰ ਸਮੁੰਦਰ ਦੀ ਗਹਿਰਾਈ ਵਿੱਚ ਲੁਕ ਜਾਵੇਂ, ਨਾ ਲੱਭੇ ਕਿਸੇ ਨੂੰ, ਲੋਕਾਂ ਨੂੰ ਨਾ ਲੱਭੇ ਤੂੰ। ਥਲ ਕਹਾਂ, ਪਾਤਾਲਾਂ ਵਿੱਚ ਲੁਕ ਜਾ। ਕੋਈ ਮੰਨੇ ਜਾਂ ਨਾ ਮੰਨੇ ਪਾਤਾਲ ਹੁੰਦਾ ਕਿ ਨਹੀਂ, ਸਾਇੰਸ ਕਹਿੰਦੀ ਹੈ ਵੀ ਕੋਰ ਹੈ ਧਰਤੀ ਦਾ, ਸੈਂਟਰਲ ਪੁਆਇੰਟ ਹੈ। ਭਾਵੇਂ ਤੂੰ ਪਾਤਾਲ ਵਿੱਚ ਲੁਕ ਜਾ ਤੇ ਭਾਵੇਂ ਤੈਨੂੰ ਰੱਬ ਖੰਭ ਲਾ ਦਵੇ, ਤੂੰ ਲੋਕਾਂ ਦੀ ਨਜ਼ਰ ਤੋਂ ਦੂਰ ਚਲਿਆ ਜਾ। ਲੁਕ ਸਕਦਾ ਹੈ ਲੋਕਾਂ ਤੋਂ, ਪਰ ਕੋਈ ਮਾਈਕਾ ਲਾਲ ਕਾਲ ਤੋਂ ਨਹੀਂ ਲੁਕ ਸਕਿਆ। ਜਲ ਕਹਾਂ ਥਲ ਕਹਾਂ, ਗगन ਕੇ ਗੌਨ ਕਹਾਂ, ਕਾਲ ਕੇ ਬਣਾਏ ਸਭੈ, ਕਾਲ ਹੀ ਚੁਬਾਹੇਂਗੇ। ਜਿਹੜੇ ਕਾਲ ਨੇ ਪੈਦਾ ਕੀਤੇ ਨੇ, ਸਮੇਂ ਦੀ ਸੂਈ ਦੇ ਆਧਾਰਿਤ ਜਿਨ੍ਹਾਂ ਦਾ ਜਨਮ ਹੈ, ਚੱਬ ਕੇ ਸੁੱਟ ਦਵੇਗਾ ਕਾਲ। ਉਹਦੇ ਤੋਂ ਬਚ ਕੋਈ ਨਹੀਂ ਸਕਿਆ, ਭਾਵੇਂ ਉਹ ਰਾਮ ਹੈ, ਰਾਮ ਚੰਦਰ ਹੈ, ਤੇ ਭਾਵੇਂ ਉਹ ਰਾਵਣ ਹੈ। ਕਾਲ ਨਹੀਂ ਕਿਸੇ ਨੂੰ ਛੱਡਦਾ। ਜਿਹਨੂੰ ਹਿੰਦੂ ਵੀਰ ਮਹਾਦੇਵ ਕਹਿੰਦੇ ਨੇ ਨਾ, ਭੁਲੇਖੇ ਨਾਲ ਮਹਾਕਾਲ ਨਾ ਕਹਿ ਦਿਆ ਕਰੋ। ਮਹਾਦੇਵ, ਸ਼ਿਵ ਜੀ ਮਹਾਨ ਹੈ ਦੇਵਤਿਆਂ ਚੋਂ। ਕਲਗੀਧਰ ਕਹਿੰਦਾ ਨਹੀਂ ਛੱਡਿਆ ਕਾਲ ਨੇ,
ਲੋਕਾਂ ਦੀ ਛੱਡ ਤੂੰ, ਆਪਣੀ ਛੱਡ ਤੂੰ, ਆਪਾਂ ਦੇ ਕੱਖ ਵੀ ਨਹੀਂ। ਉਹਦੀ ਗੱਲ ਕਰ ਜਿਨ੍ਹਾਂ ਨੂੰ ਹਿੰਦੂ ਜਗਤ, ਸਨਾਤਨ ਜਗਤ ਮਹਾਕਾਲ ਮੰਨ ਕੇ ਬੈਠਾ। ਕਲਗੀਧਰ ਕਹਿੰਦਾ ਮਹਾਕਾਲ ਉਹ ਹੈ ਜਿਹੜਾ ਮੌਤ ਤੋਂ ਮਰਦਾ ਨਹੀਂ, ਕਾਲ ਤੋਂ ਵੀ ਮਹਾਨ ਹੈ। ਜਿਹੜਾ ਕਾਲ ਦੇ ਹੱਥੋਂ ਮਰ ਗਿਆ ਉਹ ਮਹਾਨ ਨਹੀਂ ਹੈ। ਏਕ ਸ਼ਿਵ ਭਏ, ਜਿਹੜੇ ਵੀਰ ਕਹਿ ਦਿੰਦੇ ਵੀ ਦਸਮ ਦੀ ਰਚਨਾ ਕਿਸੇ ਹਿੰਦੂ ਨੇ ਕੀਤੀ ਹੈ, ਹਿੰਦੂ ਆ ਸ਼ਬਦ ਲਿਖੇਗਾ, ਧਿਆਨ ਦਿਓ, ਇੱਕ ਹਿੰਦੂ ਵੀ ਰੱਖੇਗਾ ਵੀ ਸ਼ਿਵ ਜੀ ਨੂੰ ਕਾਲ ਨੇ ਉਡਾ ਕੇ ਸੁੱਟ ਦਿੱਤਾ ਹੈ। ਮੌਰਾਂ 'ਚ ਖਾਣੀਆਂ ਨੇ ਪੰਡਤਾਂ ਕੋਲੋਂ। ਵੀ ਭਾਰਤ 'ਚ ਰਹਿੰਦਾ ਹੋਵੇ, ਸਨਾਤਨ ਹਿੰਦੂ ਧਰਮ ਦੇ ਖਿਲਾਫ ਲਿਖਦਾ ਹੋਵੇ, ਸਿਰ ਨਾ ਲਾ ਕੇ ਸੁੱਟ ਦੇਣਗੇ ਸਨਾਤਨ ਹਿੰਦੂ ਉਹਦਾ। ਥੋੜਾ ਜਿਹਾ ਵਿਚਾਰੋ ਇਸ ਨੂੰ। ਕਲਗੀਧਰ ਕੀ ਕਹਿੰਦੇ ਨੇ? ਏਕ ਸ਼ਿਵ ਭਏ, ਇੱਕ ਪੈਦਾ ਹੋਇਆ ਸੀ, ਏਕ ਗਏ, ਕਾਲ ਨੇ ਮਾਰ ਦਿੱਤਾ। ਏਕ ਫਿਰ ਭਏ, ਫਿਰ ਆ ਗਿਆ। ਵੀ ਇਦਾਂ ਬੜੇ ਬੜੇ ਪੀਰ ਪੈਗੰਬਰ ਦੇਵਤੇ ਆਉਂਦੇ ਜਾਂਦੇ ਨੇ। ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਪਰ ਕਾਲ ਨਹੀਂ ਛੱਡਦਾ। ਭਾਵੇਂ ਤੂੰ ਰਾਮ ਹੈ, ਭਾਵੇਂ ਤੂੰ ਕ੍ਰਿਸ਼ਨ ਹੈ, ਭਾਵੇਂ ਤੂੰ 16 ਕਲਾਂ ਲੈ ਕੇ ਆਇਆ ਹੈ, ਭਾਵੇਂ 14 ਹੈ ਤੇ ਭਾਵੇਂ ਮਾਮੂਲੀ ਬੰਦਾ ਹੈ, ਕਾਲ ਕੇ ਬਣਾਏ ਸਭੈ, ਕਾਲ ਹੀ ਚਬਾਹੇਂਗੇ। ਕਾਲ ਨੂੰ ਤਕੜਾ ਕੋਈ ਨਹੀਂ ਹੈ। ਤੇ ਫਿਰ ਮਹਾਕਾਲ ਉਹ ਕਿਵੇਂ ਹੋ ਗਿਆ? ਮਹਾਕਾਲ ਕੌਣ ਹੈ? ਆਦ ਸੱਚ, ਜਿਹੜਾ ਮਰਦਾ ਹੀ ਨਹੀਂ, ਜਿਹੜਾ ਜੰਮਦਾ ਹੀ ਨਹੀਂ, ਅਕਾਲ ਪੁਰਖ, ਉਹ ਕਾਲ ਤੋਂ ਬਾਹਰ ਹੈ। ਮੌਤ ਸਭ ਤੇ ਆਉਂਦੀ ਹੈ, ਮੌਤ ਦਾ ਡੰਕਾ ਸਭ ਤੇ ਵੱਜਦਾ ਹੈ। ਮੌਤ ਨਹੀਂ ਜਿੱਤੀ ਜਾਂਦੀ, ਸੂਰਮੇ ਬੜੇ ਜਿੱਤੇ ਜਾ ਸਕਦੇ ਨੇ। ਇੱਕ ਪੱਖ ਹੋਰ ਹੈ, ਜਿੰਨਾ ਮੌਤ ਨੂੰ ਜਿੱਤਣਾ ਔਖਾ ਹੈ, ਰਾਵਣ ਦੁਨੀਆ ਨੂੰ ਉਂਗਲਾਂ ਤੇ ਨਚਾਉਣ ਵਾਲਾ ਅੱਜ ਤੱਕ ਲਾਹਨਤਾਂ ਖੱਟ ਰਿਹਾ, ਕਿਉਂਕਿ ਕਾਮ ਤੋਂ ਨਹੀਂ ਜਿੱਤ ਸਕਿਆ। ਏਡਾ ਔਖਾ ਜੇ ਵਿਕਾਰਾਂ ਨੂੰ ਜਿੱਤਣਾ। ਵੀ ਮੈਂ ਆਖਾਂ ਵੀ ਤੁਸੀਂ ਨਿਤਨੇਮ ਕੀਤਾ ਜਿੱਤ ਗਏ, ਨਹੀਂ, ਨਾਲ ਕਿਰਪਾ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਦੀ, ਉੱਦਾਂ ਨਹੀਂ। ਗਿਆਨੀ ਕਥਾਕਾਰ ਰਾਵਣ ਜਿੱਡਾ ਕੋਈ ਨਹੀਂ ਹੈ। ਇੱਥੇ ਵੱਡੇ ਵੱਡੇ ਤਿਲਕ ਜਾਂਦੇ ਨੇ ਚੋਲਿਆਂ ਵਾਲੇ। ਇਹ ਵਿਕਾਰ ਚੀਜ਼ ਹੀ ਐਸੀ ਨੇ। ਬ੍ਰਹਮਾ ਵਰਗੇ ਨਹੀਂ ਕਾਮਨਾ ਨੇ ਛੱਡੇ। ਮਹਾਰਾਜ ਨੇ 5 ਬਾਣੀਆਂ ਤੈਨੂੰ ਦਿੱਤੀਆਂ ਵੀ ਤੜਕੇ ਹੀ 5 ਵਿਕਾਰਾਂ ਤੇ ਜ਼ੋਰ ਪਾ ਲਿਆ ਕਰ, ਇਹਨਾਂ ਨੂੰ ਢਾਲਿਆ ਕਰ। ਜੋ ਅੰਮ੍ਰਿਤ ਦੀਆਂ 5 ਬਾਣੀਆਂ ਨੇ ਉਹੀ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ ਨੇ। ਕੋਈ ਸ਼ੈਤਾਨੀ ਨਾ ਇੱਕ ਦੋ ਵਿੱਚੋਂ ਘਟਾ ਕੇ ਲਿਖ ਦੇਵੇ, ਉਹਦੀ ਸ਼ਰਾਰਤ ਹੈ। ਔਰ ਯਾਦ ਰੱਖੀ, ਜਿਸ ਦਿਨ 5 ਨੂੰ ਤੂੰ ਜਿੱਤ ਲਿਆ, 5 ਬਾਣੀਆਂ ਦੇ ਬਲਬੂਤੇ ਗੁਰੂ ਦੀ ਕਿਰਪਾ ਨਾਲ, ਤੇ ਜਪਜੀ ਪੜ੍ਹੀ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚਹਿ ਪਾਵੈ ਦਰਗਹਿ ਮਾਨ। ਇੱਥੇ ਤੇ ਤੇਰੀ ਬੱਲੇ ਬੱਲੇ ਹੋਵੇਗੀ, ਦਰਗਾਹ ਵਿੱਚ ਵੀ ਬੱਲੇ ਬੱਲੇ ਹੋਵੇਗੀ। ਉੱਥੇ ਵੀ ਬਾਪੂ ਗੋਦ ਵਿੱਚ ਜਗ੍ਹਾ ਦੇਵੇਗਾ। ਇਹ ਮਰਿਆਦਾ ਹੈ। 5 ਹੀ ਪਿਆਰੇ ਉਹਨੇ ਥਾਪੇ, 5 ਹੀ ਬਾਣੀਆਂ ਦਿੱਤੀਆਂ ਅੰਮ੍ਰਿਤ ਵੇਲੇ ਦੀਆਂ। ਤੇ ਜਦੋਂ ਡਾਕਟਰ ਕਹਿ ਗਿਆ ਹੋਵੇ ਨਾ ਵੀ ਇੰਨੀਆਂ ਗੋਲੀਆਂ ਹੀ ਖਾਣੀਆਂ ਤੇ ਖੁਰਾਕ ਪੂਰੀ ਲਿਆ ਕਰੋ, ਆਰਾਮ ਫੇਰ ਆਉਣਾ ਹੈ। ਜੇ ਮਰਜ਼ੀ ਨਾਲ 2 ਖਾ ਲੀਆਂ, 3 ਖਾ ਲੀਆਂ, ਭੱਜੇ ਫਿਰ ਉਹ ਆਰਾਮ ਨਹੀਂ ਜੇ ਆਉਣਾ ਵਿਕਾਰਾਂ ਤੋਂ। ਜਦੋਂ ਮਰਜ਼ੀ ਕਰੀਏ ਫਿਰ ਰਮਾਨ ਨਹੀਂ ਆਉਂਦਾ। ਹਕੀਮ ਤੇ ਭਰੋਸਾ ਰੱਖਣਾ ਪੈਂਦਾ, ਰਮਾਨ ਫੇਰ ਆਉਂਦਾ। ਜੋ ਕਿਹਾ ਹੈ ਡਾਕਟਰ ਨੇ ਉਹ ਕਰਨਾ ਪਵੇਗਾ। ਇਦਾਂ ਹੀ 2 ਬਾਣੀਆਂ ਸੰਧਿਆ ਵੇਲੇ ਦੀਆਂ ਨੇ। ਇੱਕ ਰਹਿਰਾ ਸਾਹਿਬ ਸੋਦਰ ਜਿਹਨੂੰ ਕਹਿੰਦੇ ਜੇ, ਤੇ ਇੱਕ ਹੈ ਕੀਰਤਨ ਸੋਹਿਲਾ। ਬਾਣੀ ਵਿੱਚ ਸੋਹਿਲਾ ਲਫ਼ਜ਼ ਆਉਂਦਾ ਹੈ ਤਤਕਰੇ ਵਿੱਚ। ਕੀਰਤਨ ਤਾਂ ਲਾਇਆ ਗਿਆ ਕਿਉਂਕਿ ਇਹਦੇ ਵਿੱਚ ਕੀਰਤੀ ਹੈ ਅਕਾਲ ਪੁਰਖ ਦੀ। ਤਾਂ ਕੀਰਤਨ ਸੋਹਿਲਾ ਇਹ ਤੁਹਾਨੂੰ ਗੁੜਕੇ ਸਾਹਿਬ ਵਿੱਚ ਮਿਲੇਗਾ। ਪਰ ਗੁਰੂ ਗ੍ਰੰਥ ਸਾਹਿਬ ਦੇ ਤਤਕਰੇ 'ਚ ਸੋਹਿਲਾ, ਤੇ ਸੋਹਿਲਾ ਦਾ ਮਤਲਬ ਹੁੰਦਾ ਖੁਸ਼ੀ ਦੇ ਗੀਤ, ਵਡਿਆਈ ਦੇ ਗੀਤ। ਅਸੀਂ ਕਿਹੜਾ ਸੋਹਿਲਾ ਗਾਉਣਾ ਜਿਹਦੇ 'ਚ ਅਕਾਲ ਪੁਰਖ ਦੀ ਕੀਰਤੀ ਹੋਵੇ, ਕੀਰਤਨ ਹੋਵੇ। ਆਮ ਤੇ ਆ ਵਿਆਹ ਵੀ ਰੱਖਿਆ ਹੋਵੇ ਤੇ ਬੀਬੀਆਂ ਹੋਰ ਹੀ ਸੋਹਿਲੇ ਪੜ੍ਹਦੀਆਂ, ਉਹਨਾਂ ਨੂੰ ਵੀ ਖੁਸ਼ੀ ਦੇ ਗੀਤ ਸੋਹਿਲੇ ਹੀ ਕਹਿ ਦਿੱਤਾ ਜਾਂਦਾ ਹੈ। ਪਰ ਇਹ ਸੋਹਿਲੇ ਕਿਸੇ ਕੰਮ ਨਹੀਂ ਆਉਣੇ।
मिट्टी दे शरीर दी वडियाई कर रहे हैं, गीत गा रहे हैं, इन्हें भी मिट्टी हो जाना, गीत भी मिट्टी हो जाने ने। शोले ओदी कीर्ति दे गावांगे ते कामयाबी है, वडियाई है, प्रवानगी है। एवें नहीं साधुआं संतां शहीदां दीआं बरसियां दिन मनाउंदे, गुरु नानक दे नाम दे शोले गाए ने उन्हां ने। चम ते साडे वर्गा ही है ना, जिन्हां शहीदां दी याद विच बैठे जे, शरीर ते इदां दा ही होवेगा। किसी साधु की याद में बैठोगे, शरीर इदां दा ही है। वडियाई क्यों है? एक घर मंजे की पैंद ते मर गया, उहदा दे घर वाले ही नहीं महीना मंगाने, लोगों ने की बरसियां मनाउणियां। कोई बापू मर जाए मंजे ते किन्ना क साल उहनूं चेते रखदे जे। पर आ जिहड़े शहीद होए ने, ना किसी का बापू ही है, ना कोई इत्थे रिश्तेदारी होनी है। कीर्ति क्यों हो रही है? चम साडे वर्गा सी, पर साडे चम दे अंदर, मन दे अंदर वकारां ने जगह मली हुई है। इन्हां शहीदां सतपुरुषां दे मन अंदर गुरु नानक बैठा होया सी। ते बाणी कह रही है, जिन्हां दे मन दे भांडे विच बाबा नानक बह जावे। ये तुसीं अपने मन अंदर वेखो, मैं अपने वेखना भी की कुछ बैठा। किते काम चौंकड़ा ला के बैठा है, किते क्रोध बैठा होवेगा, किसी नूं कुत्ते वांगू हलका है लोभ बैठा होवेगा, किसी अंदर रुतबियां दा हंकार बैठा होया, कोई मान चुकी फिरदा अहुदियां दा। ये तुहानूं ज़्यादा पता है, मैनूं अपना पता, तुहानूं आपदा पता भी गुरु नानक किहदे अंदर बैठा है। जिहदे अंदर बैठा उहदी जय जयकार होवेगी दुनिया ते। उहदा चम रवे जां ना रवे, चम ते ना राम दा निया ना रावण दा रिहा। राम रब दी पूजा करन वाला सी, उहदा नाम सत्कार ना लैंदे ने हिंदू लोग। रावण पुठे बने चल पिया, उहनूं लानतां ने जाना दोहां ने। राम गयो, रावण गयो। रावण कौन सी? जाको बहु परिवार, बड़ा वड्डा परिवार सी। इत्थे भी तर्क खड़ा हो गया, ये किदां हो सकदा जी, लख काका उहदा। ये मिथिहास है। ते मैं कहना भी मिथ कहिंदे ने झूठ नूं, ते गुरु कदे झूठ नहीं मारदा। साइंस मने जां ना मने, असीं साइंस नूं ही नहीं मानते, ना मनेगा साइंस। साइंस की किड्डी कसती है, इत्थों पैदा होई है ना, तो ये कित्थों पैदा होया? आ गुरु नानक की किरपा नाल। साइंस ही उपज है, सुरती की उपज है। शुक्र कर तेरी सुरती चलती है, इत्थे 20 लंगे लूले तुरे फिरदे ने, समझ ही कोई नहीं माँ कौन है प्यो कौन है, उत्थे भी बिठा दिंदा है। इत्थे साइंस की करेगी? ये जिहड़ियां सियाणपां ने इहदे ते ही तर्क करन ते ना वरत्या करिए। ये सुरती उन्हें ही दित्ती है, कोई पता नहीं कदों कमला रमला कर दवे। गुरु सरबग है, नियामतां देण वाला है। बंदा अल्पग है, बंदे दी सुरती दा कोई दायरा है। गुरु असीम है, गुरु दी सीमा कोई नहीं। नदी दी सीमा हुंदी है, समुंदरां दे कंढे नहीं लभदे। गुरु समुंदर है, बाणी कह रही है गुरु समुंद नदी सब सिखी। सिख नदियां वर्गे ने, साडा कंढा है, साडी ताकत दी कोई सीमा है, गुरु दी सीमा कोई नहीं है। गुरु समर्थ है, गुरु करता है, गुरु करनहार है। बाकी ये साइंस की, ये हकीम की, ये डॉक्टरी की, ये जिन्नियां भी सुरतियां ने, गुरु तो गां नहीं कोई भी लंघ सकदा। कोशिश कीती ते बाबे नानक ने डांग फड़ के आख्या है, अंत कारण केते बिलाहे ताके अंत ना। कई गर्क हो गए उहदी खोज करदे करदे, उहदा अंत उहदी दित्ती सुरती ना नहीं पवेगा। वो सीम है, उहदा अंत कोई नहीं है। अरे कल रौला पाउंदे सी भी 9 प्लैनेट, देयर आर 9 प्लैनेट्स इन दिस वर्ल्ड। 9 कहिंदे सी ना, आ जुनियां ते आ गए ने, कोई है अंत? तो जे आ जुनियां ते चैलेंज कर देण भी इन्ने ही ने, तो फिर सब तो वड्डे झूठे ने नासा वाले, फिर लग पैना जे कल नूं एक अद्धा। ते गुरु नानक नूं किसी ने पुछया भी साइंस की औकात इत्थे ही है, बस 19 ते आ गए ने, अगे 9 ते सी। ते गुरु नानक कहिंदे ये झक्खा मारदे ने, इन्हां दी अख उत्थे नहीं जा सकदी जिथे मेरी जाती है। गुरु नानक कहिंदे भी मैं बिना दूरबीन तो दस दिना भी पातालां पाताल लख आगासां लखां ने। ते हुण तुसीं आप ही दस दिओ
ओड़क ओड़क भाल थके, इत्थे ही गल नहीं मुकी, कई खोज हटे ने। ओड़क ओड़क भाल थके वेद कहन एक बात, सहस 18 कहन कतेबा असलू एक। लखां ते भी गल नहीं मुकी, लेखा होए तां लिखी है, लेखा होए अगे भी पता नहीं किन्नी गिणती है। इत्थे कलमां दी शाही मुक जावेगी, लिखण वाले दा लेखा उम्र मुक सकदी है, पर ਉਹਦੀ ਕੁਦਰਤ ਦਾ ਅੰਤ नहीं पैंदा। ਤੇ ਫਿਰ ਸਾਇੰਸ ਦੀ ਦੂਰਬੀਨ ਨੂੰ ਤੇ ਗੁਰੂ ਨਾਨਕ ਦੀ ਅੱਖ ਲੱਖਾਂ ਤੇ ਗਈ ਹੈ, ਪੱਲੇ ਕੀ ਹੈ ਸਾਇੰਸ ਦੇ, ਦੱਸੋ ਮੈਨੂੰ। ਸਾਇੰਟੀਫਿਕਲੀ ਗੱਲ ਕਰ ਲੈਣ, ਸਿਧਾਂਤਕ ਤੌਰ ਤੇ ਸਿੱਧ ਕਰ ਦੇਣ, ਉਨੀਆਂ ਤੇ ਬੈਠੇ ਜੇ, ਉਹ ਲੱਖਾਂ ਦੱਸ ਗਿਆ 500 ਵਰੇ ਪਹਿਲਾਂ, ਕੀ ਔਕਾਤ ਹੈ ਸਾਇੰਸ ਦੀ। ਤੇ ਫਿਰ ਅਸੀਂ ਸਾਇੰਸ ਦੇ ਆਧਾਰ ਤੇ ਸਮਰੱਥ ਗੁਰੂ ਨੂੰ ਕਿਉਂ ਰੱਦ ਕਰਦੇ ਹਾਂ, ਕਿਉਂ ਖੰਡਨ ਕਰਦੇ ਹਾਂ। ਸਾਇੰਸ ਤੇ ਬੰਦੇ ਦੀ ਸੁਰਤੀ ਦੀ ਉਪਜ ਹੈ, ਤੇ ਬੰਦੇ ਦੀ ਸੁਰਤੀ ਆਪ ਨਾਰਾਇਣ ਕਲਾਧਾਰ ਗੁਰੂ ਨਾਨਕ ਨਾਲੋਂ ਅੱਗੇ ਨਹੀਂ ਜਾ ਸਕਦੀ, ਰੱਬ ਨਾਲੋਂ ਅੱਗੇ ਨਹੀਂ ਜਾ ਸਕਦੀ। ਜਦੋਂ ਵੀ ਇਹ ਖਰਾਬੀ ਕਰੇ ਨਾ ਦਿਮਾਗ, ਪੁੱਠਾ ਸਿੱਧਾ ਸਵਾਲ ਕਰੇ ਗੁਰੂ, ਤੇ ਇਹਨੂੰ ਚੇਤਾ ਕਰਾਇਆ ਕਰੋ ਵੀ ਔਕਾਤ ਕੱਖ ਨਹੀਂ ਹੈ ਤੇਰੀ, ਉਹ ਬਹੁਤ ਵੱਡਾ ਹੈ, ਅਸੀਮ ਹੈ, ਉਹ ਸੀਮਾ ਤੋਂ ਰਹਿਤ ਹੈ, ਉਹਦੇ ਕੰਢੇ ਨਹੀਂ ਲੱਭ ਸਕਦੇ, ਉਹਦੀ ਡੂੰਘਾਈ ਅੱਜ ਤੱਕ ਕੋਈ ਨਹੀਂ ਮਾਪ ਸਕਿਆ। ਗੁਰੂ ਨਾਨਕ ਕਿੱਡਾ ਕੁ ਹੈ। ਜਿੰਨੇ ਲੱਖਾਂ ਬ੍ਰਹਿਮੰਡ ਬਣਾਏ ਨੇ, ਉਹਦਾ ਸਰਗੁਣ ਚੋਲਾ ਹੀ ਤੇ ਗੁਰੂ ਨਾਨਕ ਹੈ। ਤਾਂ ਹੀ ਤੇ ਤੁਹਾਨੂੰ ਦੱਸ ਰਿਹਾ ਵੀ ਲੱਖਾਂ ਨੇ, ਹਰੇ ਉਨੀਆਂ ਤੇ ਬੈਠੇ ਜੇ, ਹਰੇ 100-200 ਲੱਭ ਕੇ ਵੀ ਤੁਸੀਂ ਆਖਣਾ ਇੰਨੇ ਹੀ ਨੇ, ਲੱਖਾਂ ਨੇ, ਕਿਉਂਕਿ ਉਹ ਬਣਾਉਣ ਵਾਲਾ ਹੈ, ਗੁਰੂ ਨਾਨਕ ਹੀ ਰੱਬ ਹੈ। ਸਰਗੁਣ ਚੋਲਾ ਪਾ ਕੇ ਦੁਨੀਆ ਤੇ ਆਇਆ ਹੈ, ਕਿਤੇ ਉਹ ਨਿਰਗੁਣ ਸਰੂਪ ਹੈ, ਸ਼ਾਹ ਬਣ ਕੇ ਸਾਡੇ 'ਚ ਵਸਿਆ, ਇੱਥੇ ਦੁਨੀਆ ਤੇ ਚੋਲਾ ਪਾ ਕੇ ਆ ਗਿਆ ਹੈ। ਉਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਕੀਰਤਨ ਸੋਹਿਲਾ ਬਾਣੀ ਹੈ ਨਾ, ਜਿਹਦੇ 'ਚ ਗੁਰੂ ਨਾਨਕ ਦੀ ਕੀਰਤੀ ਹੈ, ਅਕਾਲ ਦੀ ਕੀਰਤੀ ਹੈ, ਇਹਦੇ ਵਿੱਚ ਬਾਪੂ ਦਾ ਪਹਿਲਾ ਸ਼ਬਦ ਹੈ। ਇਹ ਹੁਕਮ ਸਾਨੂੰ ਇਹ ਹੈ ਵੀ ਸੰਧਿਆ ਵੇਲੇ ਰਹਿ ਰਾਸ ਸਾਹਿਬ ਕਰਕੇ ਜਦੋਂ ਸੌਣ ਲੱਗਣਾ, ਉਦੋਂ ਕੀਰਤਨ ਸੋਹਿਲਾ ਪੜ੍ਹਨਾ, ਕਿਉਂਕਿ ਬਾਣੀ ਜਿਹੜੀ ਆ ਬੁਰਿਆਂ ਕਰਮਾਂ ਤੋਂ ਬਚਾਉਂਦੀ ਹੈ, ਬੁਰੀਆਂ ਰੂਹਾਂ ਤੋਂ ਬਚਾਉਂਦੀ ਹੈ, ਭੂਤਾਂ ਪ੍ਰੇਤਾਂ ਤੋਂ ਬਚਾਉਂਦੀ ਹੈ। ਸੁਭਾਅ ਉਹ ਆਪਣਾ ਦਾ, ਮੈਂ ਬਚਨ ਓਨਾ ਹੀ ਕਰਦਾ ਜਿੰਨੀ ਬਾਣੀ ਹਾਮੀ ਭਰੇ। ਵੀ ਮੈਂ ਕੋਲੋਂ ਗੱਪ ਵੱਢੀ ਜਾਵਾਂ, ਭੂਤ ਹੁੰਦੇ ਨੇ, ਤੁਸੀਂ ਆਖੋ ਝੂਠ ਮਾਰਦਾ, ਪਰ ਬਾਣੀ ਕਹਿ ਰਹੀ ਹੈ ਕਈ ਕੋਟ ਭੂਤ ਪ੍ਰੇਤ ਸ਼ੂਕਰ ਮ੍ਰਿਗਾਜ, ਕਈ ਨੇ, ਪਰ ਬੰਦਗੀ ਵਾਲਿਆਂ ਦੇ ਨੇੜੇ ਨਹੀਂ ਆਉਂਦੇ। ਜਿਹੜੇ ਕੀਰਤਨ ਸੋਹਿਲਾ ਕਰ ਲੈਣ ਉਹਨਾਂ ਨੂੰ ਨਹੀਂ ਸਤਾ ਸਕਦੇ। ਬਾਣੀ ਦੀ ਵਾੜ ਹੈ ਇੱਕ, ਚੌਗਿਰਦ ਹਮਾਰੇ ਆਰਾਮ ਕਰ, ਦੁੱਖ ਲੱਗੇ ਨਾ। ਇੰਨੀ ਤਾਕਤ ਹੈ ਇਸ ਲਕੀਰ ਵਿੱਚ ਵੀ, ਤਤੀ ਤਵੀ ਤੇ ਵੀ ਛੇਕ ਨਹੀਂ ਲੱਗਣ ਦਿੰਦੀ। ਐ ਬੈਠਾ ਹੈ ਜਿੱਦਾਂ ਪਾਣੀ ਵਿੱਚ ਚੌਂਕੜਾ ਲਾਇਆ ਹੋਵੇ ਗੁਰੂ ਅਰਜਨ ਨੇ। ਤੁਸੀਂ ਬਹਿ ਕੇ ਵਿਖਾਇਓ, ਸਾਰੇ ਮਹੱਲੇ 'ਚ ਚੀਕਾਂ ਸੁਣਦੀਆਂ ਜੇ ਹੱਥ ਵੀ ਤਵੀ ਤੇ ਰੱਖਿਆ ਗਿਆ ਤੇ ਹੈ, ਪ੍ਰੈਕਟੀਕਲ ਕਰਕੇ ਦੇਖ ਲਿਓ। ਪਰ ਜਿੰਨੇ ਬੰਦਗੀ ਕੀਤੀ ਹੈ, ਬਾਣੀ ਪੜ੍ਹੀ ਹੈ, ਆਖੋ ਖਾਂ ਚਰਖੜੀ ਉਹਦੇ ਮੂੰਹ 'ਚੋਂ ਸੀ ਵੀ ਕਢਾ ਦੇਵੇ ਭਾਈ ਤਾਰੂ ਸਿੰਘ ਦੇ, ਅਸੀਂ ਨਹੀਂ ਚੜ੍ਹ ਸਕਦੇ। ਸਾਡੇ ਕੋਲ ਬਾਣੀ ਹੈ ਨਹੀਂ, ਸਾਡੇ ਕੋਲ ਸਿਮਰਨ ਹੈ ਨਹੀਂ। ਦਰਦਾਂ ਭੁਲਾ ਦਿੰਦੀ ਹੈ ਬਾਣੀ, ਜਿੱਦਾਂ ਡਾਕਟਰ ਆਪਰੇਟ ਕਰਨ ਦੇ ਉਹ ਟੀਕਾ ਲਾਉਂਦੇ ਨਾ, ਬੇਹੋਸ਼ ਕਰ ਦਈਏ, ਇਹਦੇ ਚੰਮ ਨੂੰ ਪਤਾ ਹੀ ਨਾ ਲੱਗੇ, ਬਸ ਸੁੰਨ ਕਰ ਦਿੰਦੀ ਹੈ ਬਾਣੀ, ਦਰਦਾਂ ਤੋਂ ਮੁਕਤ ਕਰ ਦਿੰਦੀ ਹੈ ਬਾਣੀ। ਜੇ ਬਾਣੀ ਪੜ੍ਹਨ ਵਾਲੇ ਨੂੰ ਦਰਦ ਹੁੰਦਾ ਤੇ ਸਿੱਖਾ 9.5 ਲੱਖ ਕੁਰਬਾਨੀ ਨਹੀਂ ਸੀ ਹੋਣੀ ਤੇਰੇ ਘਰ ਦੀ, ਫਿਰ ਚਰਖੜੀਆਂ ਤੇ ਕੋਈ ਨਹੀਂ ਸੀ ਚੜ੍ਹਨਾ, ਫਿਰ ਖੋਪੜ ਲਵਾਉਣ ਦੀ ਹਸਤੀ ਕਿਹਦੀ ਹੈ ਦੁਨੀਆ ਤੇ, ਫਿਰ 1.25 ਲੱਖ ਨਾ ਕਿੰਨੇ ਲੜਨਾ ਸੀ, ਫਿਰ 10 ਲੱਖ ਨੰਗੀ ਤਲਵਾਰ ਤੇ ਕਦੇ ਜੀਤ ਤੇ ਜੁਝਾਰ ਨੱਚ ਨਹੀਂ ਸੀ ਸਕਦੇ ਜੇ ਬਾਣੀ ਦੀ ਬਰਕਤ ਨਾ ਹੁੰਦੀ ਤੇ। ਇਹ ਤਾਕਤਾਂ ਨੇ, ਔਰ ਮਹਿਸੂਸ ਉਹ ਕਰੇਗਾ ਜਿਹਦਾ ਹੱਥ ਪਹੁੰਚਿਆ। ਬਾਕੀਆਂ ਦੇ ਭਾਅ ਦੀਆਂ ਸਾਖੀਆਂ ਝੂਠੀਆਂ ਹੀ ਨੇ। ਹਜੇ ਕਿ ਬਾਣੀ ਚੋਂ ਪੰਕਤੀ ਲੈ ਕੇ ਆਪਾਂ ਸਾਖੀ ਕੋਈ ਵੀ ਲਾਵਾਂਗੇ, ਬਾਣੀ ਸਿੱਧ ਕਰਦੀ ਹੈ ਵੀ ਸਭ ਕੁਝ ਹੈ, ਪਰ ਫਿਰ ਵੀ ਬੰਦਾ ਆਪਣੇ ਅਹੰਕਾਰ ਵਿੱਚ ਕਹਿ ਦਿੰਦਾ ਅਸੀਂ ਨਹੀਂ ਮੰਨਦੇ, ਇਹਨੂੰ ਨਹੀਂ ਮੰਨਦੇ, ਉਹਨੂੰ ਨਹੀਂ ਮੰਨਦੇ। ਉਹ ਤਾਂ ਨਹੀਂ ਮੰਨਦਾ ਕਿਉਂਕਿ ਅੰਗੂਰਾਂ ਤਾਈਂ ਹੱਥ ਨਹੀਂ ਪਹੁੰਚਿਆ, ਤੇ ਨਾ ਪਹੁੰਚੇ ਦੇ ਖੱਟੇ ਹੀ ਲੱਗਣੇ ਨੇ, ਲਾਮਾ ਕਾਹਦਾ ਹੈ।
ਜਿਹਦਾ ਪਹੁੰਚਿਆ ਹੈ ਉਹਨੂੰ ਪੁੱਛ, ਜਿਹੜਾ ਪਹੁੰਚਿਆ ਉਹਨੂੰ ਪੁੱਛ। ਜੇ ਕੇਸ ਨਹੀਂ ਨਾ ਕੱਟੇ ਗਏ ਕੈਂਚੀ ਤੋਂ ਤੇ ਕਿਹੜੀ ਗੱਲ ਹੈ? ਭਾਈ ਤਾਰੂ ਸਿੰਘ ਕਹਿੰਦਾ ਕਿਹੜੀ ਗੱਲ ਹੈ? ਬਾਪੂ ਦੇ ਕੇਸ ਨੇ ਉਹਨੇ ਰੱਖ ਲਏ ਤੇ ਅੱਗੋਂ ਜ਼ਕਰੀਆ ਖਾਨ ਕਹਿੰਦਾ ਵੀ ਕੇਸ ਤੇ ਰੱਖ ਲਏ, ਹੁਣ ਖੋਪੜ, ਹੁਣ ਤੀਕ ਝਮਕੜਾ ਮੱਚੇਗਾ ਜਦੋਂ ਖੋਪੜ ਲੱਥਾ। ਤੇ ਕਹਿੰਦਾ ਜਿਹਨੇ ਕੇਸ ਰੱਖ ਲਏ ਨੇ ਕਿ ਤੂੰ ਖੋਪੜ ਤੇ ਰੰਬੀ ਤੇ ਚਲਾ, ਦਰਦ ਤੋਂ ਰੱਖ ਲਵੇਗਾ ਜਿਹਨੇ ਕੇਸ ਰੱਖ ਲਏ ਨੇ। ਬਾਣੀ ਦਾ ਪ੍ਰਤਾਪ ਹੈ। ਬਾਣੀ ਨਾ ਸਿੱਖਾਂ ਦੇ ਪੱਲੇ ਹੁੰਦੀ ਤੇ 700 ਸਾਲ ਪੁਰਾਣਾ ਰਾਜ ਮੁਗਲਿਆ ਸਲਤਨਤ ਦਾ ਕਿੱਥੇ ਪੁੱਟਿਆ ਜਾਣਾ ਸੀ। ਕਿਸੇ ਦੇਵੀ ਦੇਵਤੇ ਤੋਂ ਪੁੱਟਿਆ ਨਹੀਂ ਗਿਆ, ਕੋਈ ਕ੍ਰਿਸ਼ਨ ਵਿਸ਼ਨ ਨਹੀਂ ਬੌੜਿਆ। 700 ਵਰੇ ਦੀ ਗੁਲਾਮੀ ਬਾਣੀ ਨਾਲ ਹੀ ਤਾਕਤਾਂ ਗੁਰੂ ਦਿੰਦਾ ਹੈ। ਔਰ ਇੰਨੀ ਤਾਕਤ ਦੇ ਦਿੰਦਾ ਵੀ ਜਿਹੜਾ ਰਾਵਣ ਸਭ ਦੁਸ਼ਮਣਾਂ ਨੂੰ ਜਿੱਤ ਗਿਆ, ਕਾਮ ਤੋਂ ਹਾਰਿਆ ਹੈ, ਨਿਹੱਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ, ਉਹਨਾਂ 5 ਨੂੰ ਹੀ ਸਿੱਖ ਜਿੱਤ ਲੈਂਦਾ ਹੈ। ਹੁਣ ਬਾਣੀ ਜਿਹੜੀ ਹੈ ਕੀਰਤੀ ਕਰਨੀ ਹੈ ਸੌਣ ਤੋਂ ਪਹਿਲਾਂ। ਵੈਸੇ ਤੇ ਸਵਾਸਾਂ ਨਾਲ ਸਾਰੀ ਦਿਹਾੜੀ ਉਹਦਾ ਨਾਮ ਜਪੋ, ਪਰ ਫਿਰ ਵੀ ਡਾਕਟਰ ਨੇ ਖੁਰਾਕਾਂ 'ਚ ਦਵਾਈ ਪਾ ਦਿੱਤੀ ਹੈ ਵੀ 5 ਸੁਬਾਹ ਲੈਣੀਆਂ ਨੇ ਤੇ 2 ਸ਼ਾਮ ਨੂੰ। ਇਹ ਕਰਨਾ ਪੈਣਾ ਹੈ, ਇਹ ਹੁਕਮ ਹੈ। ਬਸ ਸਵਾਲ ਜਵਾਬ ਉੱਥੇ ਕੀਤਾ ਜਾਂਦਾ ਜਿੱਥੇ ਅੱਗੇ ਕੋਈ ਮਾੜਾ ਹੋਵੇ, ਗਰੀਬੜਾ ਹੋਵੇ। ਰਾਜੇ ਅੱਗੇ ਕਾਹਦਾ ਸਵਾਲ ਹੈ? ਆ ਤੁਹਾਡੇ ਦੇਸ਼ 'ਚ ਕੋਈ ਕਾਨੂੰਨ ਲਾਗੂ ਹੁੰਦਾ, ਕੀ ਸਵਾਲ ਕਰੋਗੇ? ਉਹਨਾਂ ਲਾਗੂ ਕੀਤਾ, ਉਹਨਾਂ ਲਾਗੂ ਕਰਕੇ ਰੱਖਣਾ। ਪ੍ਰੇਮ ਨਾਲ ਮੰਨ ਲਓ ਤਾਂ ਠੀਕ ਨੇ, ਤੇ ਢੰਗ ਨਾਲ ਮਨਾ ਲੈਂਦੇ ਨੇ ਅਗਲੇ। ਤਕੜੇ ਅੱਗੇ ਸਵਾਲ ਕਾਹਦਾ? ਤਕੜੇ ਅੱਗੇ ਤਰਕ ਕਾਹਦਾ? ਮੰਨ ਲਓ ਤਾਂ ਠੀਕ ਹੈ, ਨਹੀਂ ਤੇ ਮਨਾਉਣਾ ਉਹ ਜਾਣਦਾ। ਫਾਰਸੀ ਦਾ ਬੋਲ ਹੈ, ਗਰੀਬੁਲ ਪਰਸਤੋ ਗਨੀ ਮੁਲ ਗੁਦਾਸ। ਮੰਨ ਲਓ ਸਿਰ ਝੁਕਾ ਕੇ ਤੇ ਗਰੀਬਾਂ ਨੂੰ ਛਾਤੀ ਨਾਲ ਲਾ ਕੇ ਵਡਿਆਈਆਂ ਦਿੰਦਾ ਹੈ। ਅੜ ਜਾਓਗੇ, ਝੜ ਜਾਓਗੇ। ਅੜ ਗਏ, ਗਨੀਮ ਬਣ ਗਏ, ਗੁਰੂ ਅੱਗੇ ਅੜ ਗਏ। ਗਨੀਮੁਲ ਗੁਦਾਸ, ਗਾਲਣਾ ਵੀ ਆਉਂਦਾ ਉਸ ਨੂੰ, ਉਹਨੂੰ ਔਕਾਤ ਯਾਦ ਕਰਵਾਉਣੀ ਵੀ ਆਉਂਦੀ ਹੈ। ਜੇ ਚੇਤੇ ਚੋਂ ਨਿਕਲ ਜਾਵੇ ਨਾ, ਅਸੀਂ ਕਰ ਕੁਝ ਨਹੀਂ ਸਕਦੇ ਕਿਉਂਕਿ ਉਹ ਤਾਕਤਵਰ ਹੈ। ਤਕੜੇ ਅੱਗੇ ਕੋਈ ਜ਼ੋਰ ਚੱਲਦਾ ਵੀ ਨਹੀਂ ਹੈ, ਉਹ ਤਾਕਤਵਰ ਹੈ। ਮੰਨ ਲਈਏ ਪ੍ਰੇਮ ਨਾਲ ਚੰਗੀ ਗੱਲ ਹੈ, ਨਹੀਂ ਤੇ ਮਨਾਉਣਾ ਉਹ ਜਾਣਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਨਾਉਂਦੇ ਨੇ ਸਾਨੂੰ। ਔਰ ਇਹ ਨਾ ਸਮਝੋ ਧੱਕਾ ਕਰਨਗੇ। ਜੇ ਬੱਚੇ ਵਿਗੜਦੇ ਨੇ ਤੇ ਮਾਪੇ ਉਹਨਾਂ ਦਾ ਜੀਵਨ ਦਾ ਆਧਾਰ ਸ਼ੁੱਧ ਕਰਨ ਲਈ, ਚੰਗਾ ਜੀਵਨ ਦੇਣ ਲਈ, ਤਰੱਕੀਆਂ ਦੇਣ ਲਈ ਉਹਨਾਂ ਤੇ ਦਬਾਅ ਪਾਉਂਦੇ ਨੇ, ਸਜ਼ਾ ਦਿੰਦੇ ਨੇ, ਸਮਝਾਉਂਦੇ ਨੇ। ਕੋਈ ਮਾਪੇ ਵੈਰੀ ਨਹੀਂ ਹੁੰਦੇ। ਮਾਤਾ ਸਾਹਿਬ ਕੌਰ ਕਲਗੀਧਰ ਸਾਡੇ ਮਾਤਾ ਪਿਤਾ ਹੈ। ਮੰਨ ਜਾਈਏ ਚੰਗੀ ਗੱਲ, ਜੇ ਡਾਂਗ ਵੀ ਚੁੱਕਣ ਤੇ ਸਾਡੇ ਭਲੇ ਲਈ, ਸਾਡੇ ਸੁਧਾਰ ਲਈ, ਸਾਡੇ ਤੇ ਕਿਰਪਾ ਕਰਨ ਲਈ ਚੁੱਕਣਗੇ। ਇਹ ਆ ਕੀਰਤਨ ਸੋਹਿਲਾ, ਉਸ ਗੁਰੂ ਨਾਨਕ ਦੇ ਨਿਰਗੁਣ ਸਰੂਪ ਦੀ ਵਡਿਆਈ ਕਰਨ ਦੇ ਲਈ। ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਇਹ ਬਾਣੀ ਹੈ, ਗੌੜੀ ਰਾਗ ਦੇ ਅੰਦਰ ਹੈ। ਗੌੜੀ ਦੀਪਕੀ ਦਾ ਸੁਬੇਲ ਹੈ। ਮਹੱਲਾ ਪਹਿਲਾ। ਮਹੱਲ ਕਹਿੰਦੇ ਨੇ ਮਹਿਲ ਨੂੰ। ਉਸ ਅਕਾਲ ਪੁਰਖ ਦੀ ਜੋਤ ਪਹਿਲੇ ਮਹੱਲ ਵਿੱਚ ਬੈਠੀ ਹੈ। ਉਹਦਾ ਨਾਮ ਕੀ ਹੈ? ਐਡਰੈਸ ਕੀ ਹੈ? ਬਾਬਾ ਨਾਨਕ। ਗੁਰੂ ਨਾਨਕ ਉਸ ਮਹੱਲ ਦਾ ਨਾਮ ਹੈ। ਤੇ ਉਹਦੇ ਵਿੱਚ ਆ ਕੇ ਅਕਾਲ ਪੁਰਖ ਨਾਰਾਇਣ ਆਪ ਬੈਠਾ ਹੋਇਆ ਹੈ, ਜਿਹਦਾ ਦਿਨ ਮਨਾ ਰਹੇ ਜੇ ਨਾ ਗੁਰੂ ਅਰਜਨ ਸਾਹਿਬ ਦਾ। ਇਹਦੇ ਬਾਰੇ ਬਾਣੀ 'ਚ ਫਰਮਾਨ ਆਉਂਦਾ ਹੈ, ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮਤੈ ਫਿਰਤੈ ਬਹੁ ਧਾਇਓ, कल घोर समुद्र में बूढ़त थे, अब लो मिट है नहीं रे पछतायो, तत् विचार यह मथुरा। गप नहीं वड्डी कहंदा, भट्ट मथुरा कहंदा भी सारियां बह के ना, सारियां साधुआं संतां जिन्हां दी साइंस तो अगे दृष्टि जांदी है, नज़र उच्ची है, अध्यात्मक पक्ष बड़ा उच्चा जिन्हां दा, पातालां आकाशां दे मंडलां दी जानन वाले बह गए सारे साध। तत् विचार यह मथुरा, जग तारन को अवतार बनायो, जप्यो जिन अर्जन देव गुरु फिर संकट जोन,
ਉਹ ਜਿਹੜਾ ਨੀਲੀ ਛੱਤ ਵਾਲਾ ਨਿਰਗੁਣ ਹੈ, ਉਹਨੇ ਹੀ ਜਗਤ ਦੇ ਤਾਰਨੇ ਲਈ ਗੁਰੂ ਅਰਜਨ ਰੂਪੀ ਢਾਂਚੇ ਵਿੱਚ ਚੌਂਕੜਾ ਲਾ ਲਿਆ ਹੈ। ਉਹ ਆ ਕੇ ਬੈਠਾ ਹੋਇਆ ਹੈ। ਉਹੀ ਪ੍ਰਤੱਖ ਹਰ ਹੈ। ਕਿਤੇ ਉਹ ਜੋਤ ਸਰੂਪ ਹੈ ਤੇ ਕਿਤੇ ਚੋਲਾ ਪਾਈ ਫਿਰਦਾ ਹੈ। ਸਰੀਰ ਦਾ ਚੋਲਾ ਪਹਿਨਿਆ ਹੋਇਆ ਉਸਨੇ। ਪਹਿਲੇ ਮਹੱਲ ਦਾ ਨਾਮ ਗੁਰੂ ਨਾਨਕ ਹੈ, ਪੰਜਵੇਂ ਦਾ ਨਾਮ ਗੁਰੂ ਅਰਜਨ ਹੈ, ਤੇ ਜਦੋਂ 10ਵੇਂ ਤੇ ਗੱਲ ਆਉਂਦੀ ਹੈ ਉਹ ਕਹਿੰਦਾ ਮਿੱਠੀਆਂ ਮਿੱਠੀਆਂ ਗੱਲਾਂ ਬੜੀਆਂ ਕਰ ਲਈਆਂ, ਹੁਣ ਮਹੱਲਾ ਨਹੀਂ, ਹੁਣ ਪਾਤਸ਼ਾਹ ਵਰਤਣਾ ਹੈ। ਕੌਣ ਪੁੱਛ ਸਕਦਾ ਉਹਨੂੰ ਜੀ ਪਾਤਸ਼ਾਹ ਕਿਉਂ ਵਰਤਿਆ? ਅਰਥ ਪਤਾ ਕੀ ਨੇ? ਫਾਰਸੀ ਦਾ ਲਫ਼ਜ਼ ਹੈ, ਆਉਂਦੀ ਪੰਜਾਬੀ ਨਹੀਂ ਹੈ ਤੇ ਉਂਗਲਾਂ ਉਧਰ ਨੂੰ ਚੁੱਕਦੇ ਆ ਜਿਹੜਾ ਲਿਖਿਆ ਹੀ ਫਾਰਸੀ 'ਚ। ਪਾਤ ਕੀ ਹੁੰਦਾ ਹੈ? ਤਖਤ। ਸ਼ਾਹ ਕੀ ਹੁੰਦਾ ਹੈ? ਤਖਤ ਦਾ ਮਾਲਕ। ਅੱਜ 9ਵੇਂ ਮਹੱਲ ਤੋਂ 10ਵਾਂ ਤਖਤ ਆ ਗਿਆ ਹੈ, ਔਰ 10ਵੇਂ ਤਖਤ ਦਾ ਉਹ ਅਕਾਲੀ ਅਕਾਲ ਪੁਰਖ ਬਾਦਸ਼ਾਹ ਬਣ ਕੇ ਬਹਿ ਗਿਆ ਹੈ ਤੇ ਨਾਮ ਰਖਵਾਇਆ ਹੈ ਤਖਤ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ। ਭਾਈ ਨੰਦ ਲਾਲ ਨੇ ਵੀ ਪਾਤਸ਼ਾਹੀ ਵਰਤਿਆ ਹੈ, ਕਿਉਂਕਿ ਮਹੱਲਾ ਲਫ਼ਜ਼ ਥੋੜਾ ਪ੍ਰੇਮ ਰਸੀ ਹੈ ਤੇ ਪਾਤਸ਼ਾਹ ਥੋੜਾ ਡਾਂਗ ਛੋਟੇ ਵਾਲਾ ਪਹਿਰਾ ਦੇ। ਔਰ ਕਲਗੀਧਰ ਨੇ ਸਿੱਖਾਂ ਤੋਂ ਸਿੰਘ ਬਣਾਉਣੇ ਸਨ, ਵੀਰ ਰਸੀ ਕਿਰਿਆ ਵਿੱਚ ਲਿਆਉਣਾ ਸੀ। ਬੋਲੇ ਹੀ ਬੜੇ ਭਾਰੇ ਸਨ, ਨਾ ਏਡੇ ਏਡੇ ਤਗੜੇ ਖੜਕ ਸਿੰਘ। ਅੱਛਾ, ਨਾ ਸੁਣਦਿਆਂ ਹੀ ਅੱਧੇ ਡਰ ਜਾਂਦੇ ਸਨ ਵੀ ਪਤਾ ਨਹੀਂ ਕੀ ਪਹਾੜ ਨਿਕਲਣਾ ਇੱਧਰੋਂ। ਖੜਕ ਸਿੰਘ। ਤਾਂ ਅਸੀਂ ਕੀ ਕਰਦੇ ਹਾਂ? ਕੋਈ ਸ਼ੰਟੀ ਬਣ ਗਿਆ, ਕੋਈ ਬੰਟੀ ਬਣ ਗਿਆ, ਭਾਵੇਂ 1300 ਇਦਾਂ ਦਾ ਨਾਂ ਗਣਾ ਦੋ, ਕਿਤੇ ਮੁਗਲ ਕੰਬਣੇ ਨੇ। ਇੱਕ ਨਾਂ ਲਈਦਾ ਸੀ ਖੜਕ ਸਿੰਘ, ਨਾਲ ਜਕਾਰਾ ਲਾਉਂਦੇ ਸੀ। ਗਰਜਾ ਸਿੰਘ ਬੋਤਾ ਸਿੰਘ ਦਾ ਨਾਂ ਸੁਣ ਕੇ, ਜਕਾਰੇ ਸੁਣ ਕੇ ਹੀ ਅੱਧੇ ਕੁ ਮੁਗਲ ਭੱਜ ਜਾਂਦੇ ਸੀ ਵੀ 2.5 ਲੱਖ ਖਾਲਸਾ ਪ੍ਰਗਟ ਹੋ ਗਿਆ। ਜਕਾਰਿਆਂ 'ਚ ਹੀ ਇੰਨੀ ਤਾਕਤ, ਬੋਲੀ ਵਿੱਚ ਹੀ ਇੰਨੀ ਤਾਕਤ। ਤੇ ਠੀਕ ਹੈ, ਤੁਸੀਂ ਦੁਸ਼ਮਣ ਨਾਲ ਮੱਠੇ ਹੋ ਕੇ ਗੱਲ ਕਰੋ, ਤੁਹਾਡੇ ਵੱਲ ਨੂੰ ਵੱਧਦਾ, ਤੇ ਥੋੜਾ ਜਿਹਾ ਗੜਕ ਕੇ ਗੱਲ ਕਰੋ ਤੇ ਪਛਾਣ ਨੂੰ ਭੱਜਦਾ ਵੀ ਬੰਦਾ ਜੋਸ਼ ਵਿੱਚ ਹੈ। ਇਹ ਬੋਲੀ ਬਦਲ ਦਿੱਤੀ ਗਈ ਸਾਡੀ। ਇਹ ਕਾਰਨ ਬਣਿਆ ਮਹੱਲੇ ਤੋਂ ਪਾਤਸ਼ਾਹ ਲਿਖ ਲਿਆ ਗਿਆ। ਜਿੱਥੇ ਪ੍ਰੇਮ ਦੀ ਗੱਲ ਸੀ ਉੱਥੇ ਤਲਵਾਰ ਦੀ ਗੱਲ। ਜਿੱਥੇ ਅੱਗੇ ਅਕਾਲ ਪੁਰਖ ਨੂੰ ਨਾ, ਪਰਮਾਤਮਾ ਨੂੰ, ਪ੍ਰਭੂ ਨੂੰ ਅਕਾਲ ਪੁਰਖ ਆਖਿਆ, ਪ੍ਰਭੂ ਆਖਿਆ, ਪਰਮਾਤਮਾ ਪਰਮੇਸ਼ਰ ਆਖਿਆ, ਬਾਪੂ ਕਹਿੰਦਾ ਨਹੀਂ, ਖੜਗ ਕੇਤ, ਤਲਵਾਰ ਫੜੀ ਹੋਈ ਹੈ, ਖੜਗ ਫੜੀ ਹੈ ਉਹਨੇ ਦੋਹਾਂ ਮੂੰਹਾਂ ਵਾਲੀ। ਖੰਡਾ ਫੜਿਆ ਹੋਇਆ ਉਸਨੇ, ਖੰਡਾ ਪ੍ਰਥਮੇ ਸਾਜ ਕੇ ਸਭ ਸਹਿਸਾਰ ਉਹ ਪਾਇਆ। ਖੰਡਾ ਫੜਿਆ ਹੋਇਆ ਤੇ ਖੰਡੇ ਦੇ ਦੋ ਮੂੰਹ ਨੇ। ਧਿਆਨ ਦਿਓ, ਖੰਡਾ ਕਿਉਂ ਫੜਿਆ? ਖੜਕੇਤ ਕਿਉਂ ਹੈ? ਉਹ ਖੰਡੇ ਦਾ ਧਾਰਨੀ ਕਿਉਂ ਹੈ? ਤਲਵਾਰ ਕਿਉਂ ਫੜੀ? ਖੰਡੇ ਦੇ ਦੋ ਮੂੰਹ ਨੇ, ਦੋ ਬੰਨਿਓ ਕੱਟਦਾ। ਸਨਾਤਨ ਹਿੰਦੂ ਜਗਤ ਨੇ ਇੱਕ ਭੁਲੇਖਾ ਪਾਇਆ ਸਾਡੇ 'ਚ ਵੀ ਬ੍ਰਹਮਾ ਪੈਦਾ ਕਰਦਾ ਤੇ ਕੱਟਣ ਦਾ ਕੰਮ ਸ਼ਿਵ ਜੀ ਦਾ ਹੈ, ਲੈਤਾ ਸ਼ਿਵ ਜੀ ਕਰਦਾ ਹੈ। ਕਲਗੀਧਰ ਕਹਿੰਦੇ ਨਹੀਂ, ਅਕਾਲ ਪੁਰਖ ਹੀ ਖੰਡਾ ਹੈ, ਪੈਦਾ ਵੀ ਕਰੀ ਜਾਂਦਾ ਤੇ ਇੱਕ ਬੰਨਿਓ ਵੱਢ ਵੱਢ ਵੀ ਸੁੱਟੀ ਜਾਂਦਾ ਹੈ। ਦਸਮ ਵਿੱਚ ਮਹਾਰਾਜ ਨੇ ਆਖਿਆ ਨਹੀਂ, ਦੁਰਗਾ ਨਹੀਂ ਪੈਦਾ ਕਰ ਰਹੀ, ਬ੍ਰਹਮਾ ਨਹੀਂ ਪੈਦਾ ਕਰ ਰਿਹਾ, ਵਿਸ਼ਨ ਨਹੀਂ ਪਾਲਣਾ ਕਰ ਰਿਹਾ, ਸ਼ਿਵ ਜੀ ਨਹੀਂ ਮਾਰ ਰਿਹਾ, ਇਹ ਤੇ ਆਪ ਉਹਦੇ ਬਣਾਏ ਨੇ। ਜਿਹੜੇ ਚੰਡੀਵਾਰ ਤੇ ਮੇਰੇ ਵੀਰ ਕਈ ਵਾਰ ਤਰਕ ਕਰਦੇ ਨੇ ਵੀ ਦੁਰਗਾ ਦੀ ਪੂਜਾ ਹੈ, ਜੇ ਤੇ ਬੰਗਲਾ ਸਾਹਿਬ ਤੋਂ 12 ਦਿਨ ਸੁਣੀ ਹੈ ਤੇ ਮੁਬਾਰਕ ਹੈ, ਤੇ ਨਹੀਂ ਤੇ 3 ਗੱਲਾਂ ਵੱਲ ਧਿਆਨ ਦੇ ਦਿਓ। ਸਿਰਫ 3 ਗੱਲਾਂ ਨੋਟ ਕਰ ਲਓ, ਕਦੇ ਵੀ ਬਾਪੂ ਦੀ ਬਾਣੀ ਤੇ ਸ਼ੰਕਾ ਨਹੀਂ ਆਵੇਗਾ। ਤੇ ਮੈਂ ਕਹਿ ਦੇਵਾਂ, ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਹੀ ਨੇ। ਇਹ ਭੁਲੇਖਾ ਪਾ ਦਿੰਦੇ ਨੇ ਕਈ ਵੀ ਸ਼ਾਇਦ ਇਤਿਹਾਸ ਦੀ ਗੱਲ ਭਾਈ ਗੁਰਦਾਸ ਦੀ ਦਸਮ ਦੀ ਗੱਲ ਕਰਦੇ ਤੇ ਸ਼ਾਇਦ ਇਹ ਗੁਰੂ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ। ਇਹ ਦਸਮ ਬਾਪੂ ਦੇ ਹੀ ਬੋਲ ਨੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਤੇ ਜੇ ਦਸਮ ਬਾਪੂ ਦੀ ਬਾਣੀ ਪੜ੍ਹਿਆ ਇਹ ਬੋਲ ਸਾਹਮਣੇ ਆਉਂਦੇ ਨੇ ਭਾਈ, ਤੇ ਫਿਰ ਅਸੀਂ ਦਸਮ ਬਾਪੂ ਦੇ ਬਚਨ ਕਿਉਂ ਨਹੀਂ ਮੰਨਾਂਗੇ? ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੀ ਹੈ, ਪਰ ਬਾਕੀ ਵੀ ਸਾਡੇ ਬਾਪੂ ਦੀ ਰਚਨਾ ਹੈ, ਇਤਿਹਾਸ ਵੀ ਸਾਡੇ ਬਾਪੂ ਦਾ ਹੈ। ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ, ਪਰ ਕੀ ਤੁਸੀਂ ਸਰਸਾ ਦਾ ਵਿਛੋੜਾ ਦਿਲੋਂ ਭੁਲਾ ਸਕਦੇ ਜੇ? ਚਮਕੌਰ ਦਾ ਸਾਕਾ ਭੁਲਾ ਦਿਓਗੇ? ਸਰਹੰਦ ਦਾ ਸਾਕਾ ਛੱਡ ਸਕਦੇ ਜੇ? ਗੁਰੂ ਅਰਜਨ ਤਤੀ ਤਵੀ ਤੇ ਬੈਠਾ ਭੁੱਲ ਸਕਦੇ ਜੇ? ਇਹ ਸਭ ਕੁਝ ਇਤਿਹਾਸ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਅਕਾਲ ਪੁਰਖ ਦੀ ਉਸਤਤ ਹੈ, ਛੱਡਣਾ ਕਿਸੇ ਨੂੰ ਵੀ ਨਹੀਂ ਹੈ। ਪਰ ਇੱਕ ਗੱਲ ਚੇਤੇ ਰੱਖਣੀ ਹੈ, ਏਕ ਪਿਤਾ ਏਕ ਸਕੇ ਹਮ ਬਾਰਕ ਸਾਡੇ ਗੁਰੂ ਗ੍ਰੰਥ ਸਾਹਿਬ ਨੇ। ਬਾਕੀ ਗੁਰਾਂ ਦੀ ਬਾਣੀ, ਗੁਰ ਇਤਿਹਾਸ
ਅਸੀਂ ਉਹਨਾਂ ਵੀ ਸਤਿਕਾਰ देना है, ਉਹਦਾ ਵੀ ਅਦਬ ਕਰਨਾ है, अकीदा रखना है, भरोसा रखना है। जे छड्ड देवांगे भी गुरु ग्रंथ साहिब भी पढ़ने चाहिए ने, बाकी सब कुछ छड्ड दोगे तो फिर चमकौर की घड़ी नहीं लभनी, सरहंद का साका नहीं लभना, भाई तारू सिंह का खोपड़ नहीं लभेगा, गुरु अर्जन साहिब की तती तवी नहीं लभेगी। जदों गुरु अर्जन ने आख्या पहला मरण कबूल, तो बच्चों पूछया भी कित्थे मरे, कित्थे शहादत हुई है, पहला मरण क्यों लिखिया, तो तुसीं ते इतिहास छड्ड दिता, दसम छड्ड दिता, तो बच्चों कितों लभ के दसोगे भी तती तवी ते शहादत हुई है। इतिहास का भी अदब करना है असीं, ते पिता साडे गुरु ग्रंथ साहिब ने, वो जिहड़ा कलगीधर पातशाह है ना, जगत जलंधे नूं तारन वाला, अज वो पहले जामे विच है, अज वो गुरु नानक रूपी महल ते बैठा होया है। निर्गुण स्वरूप इस सरगुण जोत विच समाया होया, ये नितनेम लाजमी है। नितनेम की है, जो नित करिए। देखो असीं शरीर नूं चलदियां रखण लई बड़ा कुछ नित करते हैं। दो संसार ने तेरे, एक अध्यात्मक दुनिया है, एक सथूल दुनिया, एक मन का संसार है, एक तन का संसार है। ते एक वीर मैनू पुछदा भी इक्के दिन कीतिया नहीं सरदा, भी दवाई इक्के दिन खा लईए, रोग वड्डे ने, वैरी पंज ने, रोग वड्डे ने, बीमारियां वड्डियां, ते डॉक्टर नूं आखे इक्के दिन दवाई खाया नहीं सरदा, ते किन्ने क दिन इहदी मां हुण खैर मनाऊंगी, ये ते दवाई छड्ड गया, रोग ने लै बहना इस नूं। रोग जन्मां जन्मांतरां दे लगे ने, चम बदलता गया, तन बदलता गया, मन तो वही है ना, मन तू जोत स्वरूप है, जोत नहीं मरदी, मन नहीं मरदा। किते चौहां लत्तां ते सी, अज दोहां ते आ गए आ, चम ही बदलिया। बड़े चिर दा काम पिछे लगा, जदों चौहां लत्तां ते सी, पशु वर्गा काम ही कोई नहीं, आपां जाणदे हैं। पशु वर्गा लोभी कोई नहीं, सारी दिहाड़ी ढिड भरिया भी होवे ते खुरली विच पट्ठे खाणों ही नहीं हटदा। ते क्रोध भी पशु विच बड़ा रज पुज के, ते फिर जेड़े भैण भाई नाल खुरली ते बजे, उन्हां नाल ही सिंग फसा छड़दा। उदों दा दे नाल तुरिया आ रहा सब कुछ, ते एडी छेती हुण इक्के दिन खुराक खादियां किदां गलों लै जाणे रोग। तन दे संसार नूं चलदियां रखण दे लई बड़े इलाज ने। रोटी रोज़ खांदे जे कि नहीं? क्यों खांदे जे तन चलदा रवे। ते मैं आखां भी अज खा लई, हुण महीना छड्ड खैड़ा, ते तुसीं आखना भी बाबा वैरी हो गया, लगदा ये लैके बवेगा, कोई चंगी मत नहीं दिंदा। छड्ड दिओ, एक दिन खा लिया, हुण गांह क्यों खांदे जे? नितनेम अगले दिन कह दईए तो बड़ी चंगी है, भी कल तो हजे कीता सी। रोटी खांदे जे ना, तन नूं चलदिआं रखण लई साह लै लिया तुसीं, चंगा वड्डा साह लै लो, ते मैं आखां भी अगला ना लई हुण, ते तुहाडा इरादा भी हुण इत्थे ही कीर्तन सोला पढ़िया जाना है, अगला ना लई हुण, यही है भी वैरी हो गया है। अगला साह ना लिया तो मौत आवेगी। साह भी रोज़ लेना, तन नूं चलदिआं रखना, रोटी भी रोज़ खाना, तन नूं चलदिआं रखना, सारे काम ही रोज़ करदा है। स्कूल भी बच्चा रोज़ ही जाता है, पढ़ाई भी रोज़ ही करदा, किते भुल ना जावे। ये दुनिया ऐसी है, कुछ नितनेम ने जिहड़े सथूल शरीर नूं चलदिआं रखण लई जरूरी ने। रोटी खानी पैनी है रोज़। अकदा रोटी तो नहीं अकदा, पता है भी जे अक गया तो खुशे भी हो जाने ने, साह नहीं आउणा। ना साह लैणों अकिया, ना रोटी खाणों अकिया, ना तू थकिया, सारे ही नेम तू निभाए ने। कदे नागा नहीं पाया, ना रोटी खाण विच ना साह लैण विच। ते पता है भी जे दुकान ते रोज़ ना गया तो सारा टब्बर भुखा मरेगा। रोज़ जांदे जे ना, दुकान खोलदे जे, कारोबार रोज़ करदे जे। तन लई नितनेम जरूरी बना रखे ने, ना कमाई छड्डी गई। ते जे मैं आखां भी चल कोई नहीं अज नहा लिया, हुण महीना रहण दे, अगली मस्या ते नहा लई, नहीं।
ਤਨ ਨੂੰ ਚਲਦਿਆਂ ਰੱਖਣ ਲਈ ਰੋਜ਼ ਇਸ਼ਨਾਨ ਕਰਨਾ ਪੈਂਦਾ, ਸਾਫ ਸਫਾਈ ਕਰਨੀ ਪੈਂਦੀ ਹੈ। ਵੇਖੋ, ਤਨ ਨੂੰ ਚਲਦਿਆਂ ਰੱਖਣ ਲਈ ਇਸ਼ਨਾਨ ਵੀ ਕੀਤਾ, ਰੋਟੀ ਵੀ ਰੋਜ਼ ਖਾਧੀ, ਸ਼ਾਹ ਵੀ ਲੈਣੋਂ ਨਹੀਂ ਹਟਦੇ। ਮਨ ਦੀ ਦੁਨੀਆ ਲਈ ਇੱਕੋ ਹੀ ਕਰਮ ਹੈ, ਬਹੁਤੇ ਨਹੀਂ। ਉਹ ਹੈ ਗੁਰੂ ਕੀ ਬਾਣੀ ਦਾ ਨਿਤਨੇਮ। ਉਹ ਕਰਦਾ ਕਿਉਂ ਅੱਕ ਜਾਣਾ ਹੈ? ਉਹ ਕਰਦਾ ਕਿਉਂ ਥੱਕ ਜਾਣਾ? ਜੇ ਉਹ ਕਰਦਾ ਥੱਕ ਗਿਆ, ਅੱਕ ਗਿਆ, ਜਿਵੇਂ ਚੰਮ ਦੇ ਨਿਤਨੇਮ ਛੱਡੇਗਾ ਤੇ ਚੰਮ ਮਿੱਟੀ ਹੈ, ਮਨ ਦੇ ਛੱਡੇਗਾ ਤੇ ਇੱਕ ਦਿਨ ਹੀ ਮਿੱਟੀ ਨਹੀਂ ਹੋਣਾ। ਰਾਵਣ ਵਾਂਗੂ ਸਦੀਆਂ ਤੱਕ ਮਿੱਟੀ ਹੁੰਦਾ ਰਵੇਗਾ। ਵਿਕਾਰਾਂ ਨੇ ਢਾਹ ਲੈਣਾ ਹੈ, ਕਾਮ ਕ੍ਰੋਧ ਲੋਭ ਨੇ ਜਕੜ ਲੈਣਾ, ਇਹਨਾਂ ਰੋਗਾਂ ਛੱਡਣਾ ਹੀ ਨਹੀਂ ਹੈ ਜੇ ਨਿਤਨੇਮ ਨਾ ਕੀਆ। ਵੇ ਬਾਣੀ ਪੜ੍ਹਨੀ ਹੈ ਤੇ ਬਾਬਾ ਜੀ ਰੋਜ਼ ਕਰਨ ਦੀ ਲੋੜ ਨਹੀਂ ਹੈ, ਦੁਨਿਆਵੀ ਕਰਮ ਕਰੀ ਜਾਓ। ਮਨ ਦਾ ਵੀ ਇੱਕ ਸੰਸਾਰ ਹੈ, ਸੂਖਸ਼ਮ ਵੀ ਇੱਕ ਦੁਨੀਆ ਹੈ। ਕਈ ਗਿਆਨੀ ਅਰਥ ਕਰਦੇ ਕਹਿ ਦਿੰਦੇ ਜੀ ਆਹ ਸੂਖਸ਼ਮ ਅਰਥ ਹੈ, ਅਧਿਆਤਮਕ ਅੰਦਰ ਦਾ ਅਰਥ ਹੈ, ਹੁਣ ਬਾਹਰੀ ਅਰਥ ਹੈ। ਅੰਦਰ ਵੀ ਇੱਕ ਦੁਨੀਆ ਹੈ, ਅੰਦਰ ਵੀ ਇੱਕ ਸੰਸਾਰ ਵਸਦਾ ਹੈ। ਸੋ ਪਾਤਸ਼ਾਹ ਇਹ ਗੱਲ ਸਮਝਾਉਂਦੇ ਨੇ ਵੀ ਕਰਨਾ ਤੇ ਨਿਤ ਪੈਣਾ ਹੈ, ਛੱਡਿਆਂ ਗੁਜ਼ਾਰਾ ਨਹੀਂ ਹੋਵੇਗਾ। ਨਾ ਭੋਜਨ ਛੱਡਿਆ, ਜੇ ਛੱਡ ਦਿੱਤਾ ਸਰੀਰ ਮਿੱਟੀ ਹੈ, ਬਾਣੀ ਛੱਡ ਦਿੱਤੀ ਮਨ ਮਿੱਟੀ ਹੈ। ਕਰਨਾ ਤੇ ਰੋਜ਼ ਪੈਣਾ ਹੈ, ਬਹਾਨਾ ਇੱਥੇ ਕੋਈ ਚੱਲਦਾ ਨਹੀਂ। ਜੇ ਰਮਾਨ ਚਾਹੀਦਾ ਤੇ ਡਾਕਟਰ ਦੀਆਂ ਦਸੀਆਂ ਖੁਰਾਕਾਂ ਤੇ ਖਾਣੀਆਂ ਪੈਣੀਆਂ। ਬਾਕੀ ਪਰਹੇਜ਼ ਰੱਖੋ, ਵਿਕਾਰਾਂ ਤੋਂ ਬਚ ਕੇ ਰਹੋ, ਜਿੱਦਾਂ ਡਾਕਟਰ ਦੱਸਦਾ ਵੀ ਆਹ ਪਰਹੇਜ਼ ਰੱਖੋ। ਔਰ ਵੱਧ ਤੋਂ ਵੱਧ ਯਤਨ ਕਰੋ, ਨਾਮ ਅਭਿਆਸ ਵੱਧ ਜਿੰਨਾ ਕਰ ਲਵੋ ਤੁਹਾਡਾ ਆਪਦਾ ਮੁਨਾਫਾ ਹੈ। ਵੱਧ ਕਰਨ ਵਾਲੇ ਸਤ ਸੰਗੀ ਤੋਂ ਸਤਪੁਰਸ਼ ਬਣ ਗਏ ਤੇ ਜੇ ਸਿਮਰਨ ਕਰਦੇ ਜੇ ਠੀਕ ਹੈ। ਸਤ ਸੰਗੀ ਦੀ ਹਸਤੀ ਤੇ ਸਾਡੇ ਕੋਲ ਰਹਿੰਦੀ ਹੈ, ਕਿਉਂਕਿ ਸਤ ਦੀ ਸੰਗਤ ਹੈ। ਸਤ ਦੇ ਬਚਨ ਅਸੀਂ ਕਰਦੇ ਹਾਂ, ਦੁਹਰਾਉਂਦੇ ਹਾਂ, ਯਾਦ ਕਰਦੇ ਹਾਂ। ਨਿਤਨੇਮ ਅਧਿਆਤਮਕ ਦੁਨੀਆ ਲਈ ਜ਼ਰੂਰੀ ਹੈ, ਔਰ ਸਥੂਲ ਦੁਨੀਆ ਦੇ ਵੀ ਦੁੱਖ ਕੱਟਣ ਵਿੱਚ ਸਮਰੱਥ ਹੈ। ਮੈਂ ਵੱਡੇ ਵੱਡੇ ਵੇਖੇ ਨੇ ਜਿਨ੍ਹਾਂ ਨੂੰ ਡਾਕਟਰ ਨੇ ਜਵਾਬ ਦਿੱਤਾ, ਪਰ ਉਹਨਾਂ ਦੇ ਦੁੱਖ ਸੁਖਮਣੀ ਨੇ ਕੱਟੇ ਹੋਏ ਨੇ, ਉਹਨਾਂ ਦੇ ਦੁੱਖ ਸੁਖਮਣੀ ਨੇ ਉਡਾਏ ਹੋਏ ਨੇ। ਗੱਲ ਫਿਰ ਉੱਥੇ ਹੀ ਹੈ, ਸਾਇੰਸ ਦੀ ਦੁਨੀਆ ਸੀਮਿਤ ਹੈ, ਗੁਰੂ ਨਾਨਕ ਦੀ ਅੱਖ ਦੂਰ ਜਾਂਦੀ ਹੈ। ਹਕੀਮ ਡਾਕਟਰ ਦੀ ਦੁਨੀਆ ਸੀਮਿਤ ਹੈ, ਗੁਰੂ ਨਾਨਕ ਬਹੁਤ ਅੱਗੇ ਬੈਠਾ। ਕਣ ਘਾਲੈ ਸਭ ਦਿਵਸ ਸਾਸ ਨਹਿ, ਬੜਨ ਘਟਣ ਤਿਲ ਸਾਰ। ਗੁਰੂ ਨਾਨਕ ਚਾਹਵੇ ਤੇ ਸਾਹ ਵਧਾ ਸਕਦਾ, ਜੇ ਗੁਰੂ ਨਾਨਕ ਵਿਪਰੀਤ ਚੱਲ ਪਿਆ ਤੇ ਇੱਕ ਤਿਲ ਜਿੰਨਾ ਸਾਹ ਨਹੀਂ ਕੋਈ ਹਕੀਮ ਤੈਨੂੰ ਵੱਧ ਦਵਾ ਸਕਦਾ, ਜੇ ਉਹਦੀ ਨਜ਼ਰ ਪੁੱਠੀ ਹੋ ਗਈ। ਆਪਾਂ ਪੜ੍ਹਦੇ ਹਾਂ ਨਾ, ਨਦਰ ਉਪੱਠੀ ਜੇ ਕਰੈ ਸੁਲਤਾਨਾ ਘਾਓ। ਵੱਡੇ ਵੱਡੇ ਸੁਲਤਾਨਾਂ ਨੂੰ ਮਿੱਟੀ 'ਚ ਰੋਲ ਦਿੰਦਾ ਜੇ ਪੁੱਠਾ ਚੱਲ ਪਵੇ, ਖਿਲਾਫ ਚੱਲ ਪਵੇ। ਤੇ ਹੱਕ ਵਿੱਚ ਹੈ ਤੇ ਮਿੱਟੀ 'ਚ ਰੋਲਦਿਆਂ ਨੂੰ ਤਖਤ ਤੇ ਬਾ ਦਿੰਦਾ ਹੈ। ਇਹ ਉਹਦੀ ਮਰਿਆਦਾ ਹੈ। ਗਰੀਬਾਂ ਨੂੰ ਨਿਵਾਜਦਾ ਹੈ ਤੇ ਗਨੀਮਾਂ ਨੂੰ ਗਾਲਦਾ ਹੈ। ਝੁਕਣ ਵਾਲਿਆਂ ਨੂੰ ਸੀਨੇ ਲਾਉਂਦਾ। ਤੁਹਾਡਾ ਬੱਚਾ ਹੀ ਜਿਹੜਾ ਅੱਗੋਂ ਅੱਖਾਂ ਕੱਢੇ ਤੇ ਬਾਪੂ ਕੁਝ ਵੀ ਨਹੀਂ ਦਿੰਦਾ ਉਹਨੂੰ, ਤੇ ਜਿਹੜਾ ਚਰਨਾਂ ਤੇ ਹੱਥ ਰੱਖੇ, ਸਿਰ ਰੱਖੇ, ਬਾਪੂ ਦਾ ਬਚਨ ਮੰਨੇ ਤੇ ਬਾਪੂ ਸਭ ਕੁਝ ਹੀ ਦੇ ਦਿੰਦਾ ਉਹਨੂੰ। ਇਦਾਂ ਦਾ ਹੀ ਰੱਬ ਦਾ ਦਰ ਹੈ। ਮੰਨੀਏ ਤੇ ਲਾਇਕ ਬੱਚੇ ਆ, ਸਭ ਕੁਝ ਝੋਲੀ ਪਾਵੇਗਾ। ਨਾ ਮੰਨੀਏ ਤੇ ਨਲਾਇਕਾਂ ਤੇ ਨਲਾਇਕਾਂ ਨੂੰ ਡਾਂਗਾਂ ਹੀ ਹੁੰਦੀਆਂ ਨੇ, ਮਿਲਦਾ ਕੱਖ ਨਹੀਂ ਜੇ ਕਰੋ। ਨਿਤਨੇਮ ਅਸੀਂ ਤਾਂ ਕਰਨਾ ਲਾਇਕ ਬਣੀਏ। ਜਿਵੇਂ ਨਿਤ ਜੋਬ ਕਰਦੇ ਜੇ, ਮਾਇਆ ਕਮਾਉਂਦੇ ਜੇ, ਬੱਚਿਆਂ ਦੀ ਪਰਵਰਿਸ਼ ਕਰਦੇ ਜੇ, ਤਨ ਦੀ ਪਰਵਰਿਸ਼ ਕਰਦੇ ਜੇ, ਮਨ ਵੱਲ ਵੀ ਧਿਆਨ ਦਿਆ ਕਰੋ, ਯਤਨ ਕਰਿਆ ਕਰੋ। ਔਖਾ ਹੈ ਤੜਕੇ ਉੱਠਣਾ, ਔਖਾ ਹੈ ਚੌਂਕੜਾ ਮਾਰਨਾ, ਪਰ ਉਹਦਾ ਤਰਲਾ ਲਿਆ ਕਰੀਏ ਨਾ। ਕਈ ਆਖਣਗੇ ਘੁੰਡੀ ਕੀ ਹੈ, ਕਿ ਮਨ ਨਹੀਂ ਟਿਕਦਾ। ਘੁੰਡੀ ਇੱਕੋ ਹੀ ਜੇ ਐਵੇਂ ਨਾ ਲੋਕਾਂ ਕੋ ਕੰਨਾਂ 'ਚ ਫੂਕਾਂ ਮਰਾ ਕੇ ਪੁੜੀਆਂ ਲੈਂਦੇ ਫਿਰੇ, ਉਹ ਘੁੰਡੀ ਇੱਕ ਹੀ ਆ ਵੀ ਇਹਦਾ ਤਰਲਾ ਲੈਣਾ ਪੈਂਦਾ। ਗੁਰੂ ਨਾਨਕ ਦਾ ਹੀ ਤਰਲਾ ਹੈ। ਜਿਸ ਦਿਨ ਉਹਨੇ ਕਬੂਲ ਕਰ ਲਿਆ, ਉਸ ਦਿਨ ਫਰੀਦ ਵਾਂਗੂ 36 ਵਰਿਆਂ ਦੀ ਬੰਦਗੀ ਹੋ ਸਕਦੀ ਹੈ। ਨਹੀਂ ਕਬੂਲ ਤੇ ਜਪਜੀ ਸਾਹਿਬ ਪੜ੍ਹਦੇ ਹੀ ਵਾਸੀਆਂ ਲਈ ਜਾਣਗੇ। ਇੱਕੋ ਹੀ ਤਰੀਕਾ ਹੈ ਮਨ ਨੂੰ ਟਿਕਾਉਣ ਦਾ। ਖੋਤਾ ਵਾਰਾ ਨਾ ਫਿਰੇ ਤੋਂ ਤੇ ਭਾਰ ਪਾਈਦਾ ਨਾ, ਤੇ ਭਾਰ ਪਾਇਆ ਹੋਵੇ ਤੇ ਉਹ ਐਵੇਂ ਖਰਾਬ ਨਹੀਂ ਕਰਦਾ। ਬਾਣੀ ਦਾ ਭਾਰ ਪਾਲਾ ਮਨ ਖੋਤੇ ਵਰਗਾਈ। ਇਹਨੂੰ ਵਿਹਲਾ ਰੱਖੇਗਾ ਨਾ, ਇਹਨੇ ਪੁੱਠੇ ਕਰਮ ਹੀ ਕਰਨੇ ਨੇ। ਇਹ ਟਿਕਦਾ ਨਹੀਂ, ਇਹ ਚੰਗੇ ਬੰਦੇ ਜਾਂਦਾ ਹੀ ਨਹੀਂ, ਨਾ ਆਪ ਜਾਵੇਗਾ, ਹੋਰਾਂ ਨੂੰ ਵੀ ਡੱਕੇਗਾ। ਇਹਦੇ ਤੇ ਸ਼ੁਭ ਕਰਮਾਂ ਦਾ, ਸਤ ਸੰਤੋਖ, ਦਇਆ, ਧਰਮ ਦਾ, ਬਾਣੀ ਦਾ ਭਾਰ ਪਾਉਣਾ ਕਰ।
ਔਰ ਬਾਪੂ ਨੇ ਸਾਫ਼ ਕਿਹਾ ਜੇ ਮੇਰਾ ਸਿੱਖ ਬਣਨਾ ਹੈ, ਇਹ ਨਹੀਂ ਵੀ ਦਾੜਾ ਕੇਸ ਰੱਖ ਲਿਆ, ਗਾਤਰਾ ਪਾ ਲਿਆ, ਆਖੇ ਸਿੱਖ ਹੈ, ਤੇ ਬਾਹਰੋਂ ਵਰਦੀ ਪਾਈ ਹੈ, ਵਰਦੀ ਪਾ ਕੇ ਸਕੂਲ ਚਲਿਆ ਗਿਆ, ਕਿਤਾਬ ਕੋਈ ਕੱਢੀ ਨਹੀਂ, ਪੜ੍ਹਿਆ ਕੁਝ ਹੈ ਨਹੀਂ, ਤੇ ਅਗਲਿਆਂ ਨੇ ਫੇਲ ਹੋ ਗਿਆ ਤੇ ਫਿਰ ਬਾਹਰ ਕੱਢ ਦੇਣਾ। ਕੱਲੀ ਵਰਦੀ ਨਾਲ ਗੱਲ ਨਹੀਂ ਬਣੇਗੀ। ਕੀ ਕਰਨਾ ਪੈਣਾ? ਜੇ ਬਾਹਰੋਂ ਸਿੰਘ ਬਣੇ ਜੇ ਨਾ, ਗੁਰ ਸਤਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠ ਹਰ, ਆ ਹੁਕਮ ਗੁਰੂ ਦਾ। ਜਿਹੜੇ ਕਹਿੰਦੇ ਸਿਮਰਨ ਨਹੀਂ ਕਰਨਾ, ਤੋਤਾ ਰਟਣਾ, ਆ ਪੜੋ ਬਾਣੀ, ਗੁਰ ਸਤਗੁਰ ਕਾਜੋ ਸਿੱਖ ਅਖਾਏ ਜੋ ਭਲਕੇ ਉਠ ਹਰ ਨਾਮ ਧਿਆਵੈ। ਬਸ ਜੀ, ਇੱਕ ਦਿਨ ਧਿਆ ਲਿਆ, ਹੁਣ ਸੰਤ ਬਣ ਕੇ ਕਹਿੰਦੇ ਨਹੀਂ, ਉਦਮ ਕਰੇ ਭਲਕੇ ਪ੍ਰਭਾਤੀ। ਇਹ ਰੋਜ਼ ਅਗਲਾ ਦਿਨ ਜਦੋਂ ਵੀ ਚੜੇ, ਇਹ ਕਰਮ ਤੈਨੂੰ ਕਰਨਾ ਹੀ ਪੈਣਾ ਹੈ। ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਰਾਤ ਪੈਣੀ ਹੈ, ਦਿਨ ਢਲਦੇ ਜਾਣੇ ਨੇ, ਤੂੰ ਨੇਮ ਨਹੀਂ ਛੱਡਣਾ, ਪਾਤਸ਼ਾਹ ਕਹਿੰਦੇ। ਤੇ ਫਿਰ ਕੀ ਅਖਵਾਵੇਂਗਾ? ਫਿਰ ਪੜ੍ਹ ਦਿਓ, ਗੁਰ ਸਤਗੁਰ ਕਾਜੋ ਫਿਰ ਸਿੱਖ ਅਖਵਾਵੇਂਗਾ। ਕੱਲੀ ਵਰਦੀ ਨਾਲ ਜਾਂ ਸਿੱਖਾਂ ਕਰ ਪੈਦਾ ਹੋਇਆ ਨਹੀਂ, ਵਰਦੀ ਵੀ ਜ਼ਰੂਰੀ ਹੈ। ਦਾਖਲਾ ਲੈਣ ਲਈ ਡਰੈਸ ਤੇ ਪਾਉਣੀ ਪਵੇਗੀ, ਪਰ ਦਾਖਲਾ ਲੈ ਕੇ ਨੰਬਰ ਵੀ ਲੈਣੇ ਪੈਣੇ ਨੇ, ਪੜ੍ਹਨਾ ਵੀ ਪੈਣਾ। ਮੈਂ ਚੰਗੇ ਭਲੇ ਵੇਖੇ ਨੇ, ਦਾਖਲਾ ਲਿਆ ਹੈ, ਨੰਬਰ ਨਹੀਂ ਲਏ ਗਏ, ਤਿਲਕ ਗਏ। ਤੇ ਜਦੋਂ ਤਿਲਕਦੇ ਨੇ ਤੇ ਮੇਰੇ ਵਰਗਾ ਐਵੇਂ ਬਹਾਨੇ ਬਣਾਉਣ ਲੈ, ਇਹਦੇ ਨੂੰ ਤੇ ਅਸੀਂ ਬਿਨਾਂ ਅੰਮ੍ਰਿਤ ਤੋਂ ਹੀ ਚੰਗੇ ਆ, ਉਹ ਵੇਖੋ ਜੀ ਪੱਗ ਬੰਨੀ, ਗਾਤਰਾ ਪਾਇਆ, ਅੱਜ ਸ਼ਰਾਬ ਪੀ ਰਿਹਾ ਸੀ। ਇਹ ਤੇ ਤੈਨੂੰ ਦਿਖ ਪਿਆ, ਤੈਨੂੰ ਸੰਤ ਅਤਰ ਸਿੰਘ ਨਾ ਵਿਖਿਆ ਗਾਤਰਾ ਪਾ ਕੇ ਲੱਖਾਂ ਨੂੰ ਅੰਮ੍ਰਿਤ ਛਕਾਉਣ ਵਾਲਾ? ਤੈਨੂੰ ਬਾਬਾ ਜਰਨੈਲ ਸਿੰਘ ਨਾ ਦਿਖਿਆ? ਤੈਨੂੰ ਭਾਈ ਅਮਰੀਕ ਸਿੰਘ ਨਾ ਦਿਖਿਆ? ਤੈਨੂੰ ਜਰਨਲ ਸ਼ਬੇਗ ਸਿੰਘ ਨਾ ਦਿਖਿਆ? ਲੱਖਾਂ ਉਦਾਹਰਨਾਂ ਨੇ। ਠਾਂ ਕਿਉਂ ਵੇਹਨਾ? ਦੁਨਿਆਵੀ ਦੁਨੀਆ ਵਿੱਚ ਜਦੋਂ ਵੇਂਦਾ ਤਾਂ ਵੇਂਦਾ, ਆਪਦੀ ਝੌਂਪੜੀ ਨੂੰ ਅੱਗ ਲਾਉਣ ਤੱਕ ਜਾਂਦਾ ਵੀ ਔਡੀ ਕੋਠੀ ਚਾਹੀਦੀ ਹੈ ਜਿੱਡੀ ਗਵਾਂਢੀਆਂ ਦੀ ਹੈ। ਜਦੋਂ ਵੇਖੇਗਾ ਬਾਹਰੀ ਸਥੂਲ ਦੁਨੀਆ ਵਿੱਚ ਤਾਂ ਨੂੰ ਵੇਂਦਾ, ਤੇ ਜਦੋਂ ਅਧਿਆਤਮਕ ਦੁਨੀਆ ਵਿੱਚ ਵੇਖਣਾ ਉਦੋਂ ਬਿਮਾਰੀ ਪੈ ਜਾਂਦੀ, ਉਦੋਂ ਠਾਂ ਨੂੰ ਵੇਂਦਾ ਫਿਰਦਾ ਹੈ, ਉਦੋਂ ਤਾਂ ਨੂੰ ਵੇਖ ਕਿੱਡੇ ਕਿੱਡੇ ਮਹਾਂਪੁਰਸ਼ ਹੋਏ ਨੇ। ਇਹ ਬਹਾਨਾ ਨਹੀਂ ਚੱਲਣਾ। ਜਿਨ੍ਹਾਂ ਨੇ ਬਾਣੀ ਪੜ੍ਹੀ ਉਹ ਸਿੱਖ ਅਖਾਏ ਨੇ। ਪੁਰਾਣੇ ਮਹਾਂਪੁਰਸ਼ ਬਾਣੀ ਵੱਧ ਪੜ੍ਹਦੇ ਸੀ। ਕੀਰਤਨ ਸੋਹਿਲੇ ਤੋਂ ਆ ਜਿਹੜਾ ਸ਼ਬਦ ਆਪਾਂ ਪੜ੍ਹਨਾ ਹੈ ਨਾ, ਜੈ ਕਰ ਕੀਰਤ ਆਖੀ ਹੈ, ਇਹਦੇ ਤੋਂ ਪਹਿਲਾਂ ਰੱਖਿਆ ਦੇ ਸ਼ਬਦ ਪੜ੍ਹਨੇ। ਪੁਰਾਣੇ ਮਹਾਂਪੁਰਸ਼ਾਂ ਦੇ ਗੁੜਕੇ ਸਾਹਿਬ ਵੇਖਿਓ, ਬਾਬਾ ਦੀਪ ਸਿੰਘ ਦਾ ਗੁੜਕਾ ਸਾਹਿਬ ਵੇਖਿਓ, ਦਿਹਾੜੀ ਲੱਗ ਜਾਂਦੀ ਹੋਵੇਗੀ, ਇਹਨਾਂ ਨਿਤਨੇਮ ਹੈ। ਸੌਖੀ ਦੀ ਗੱਲ ਆ, ਸਮਝ ਲਓ, ਜਿੰਨਾ ਓਵਰ ਟਾਈਮ ਲਾਓਗੇ ਉਨੇ ਨੋਟ ਵੱਧ ਵੱਟੀ ਦੇ ਨੇ। ਇਹਨਾਂ ਓਵਰ ਟਾਈਮ ਲਾਇਆ ਸਾਦਾ ਐਵੇਂ ਨਹੀਂ। 75 ਵਰਿਆਂ ਦੀ ਉਮਰ ਵਿੱਚ ਆਖੀ ਖਾ ਬਾਪੂ ਨੂੰ ਜੱਗ ਪਾਣੀ ਦਾ ਫੜ ਕੇ ਆਪੇ ਪੀ ਲੈ, ਜੱਗ ਨਹੀਂ ਚੁੱਕਿਆ ਜਾਂਦਾ। 18 ਸ਼ੇਰ ਦਾ ਕੰਡਾ ਚੁੱਕੀ ਫਿਰਦਾ ਹੈ, ਤੇ ਚੁੱਕੀ ਵੀ ਬਿਨਾਂ ਸਿਰ ਤੋਂ ਫਿਰਦਾ ਹੈ। ਸਿਰ ਨਾਲ ਤੇ ਚੁੱਕ ਸਕਦਾ ਕੋਈ। ਇਹ ਕਿੱਦਾਂ ਹੋ ਗਿਆ? ਤੁਸੀਂ ਫਿਰ ਸਾਇੰਸ ਤੇ ਬਹਿ ਗਏ ਵੀ ਇਹ ਤੇ ਸਾਇੰਸ ਮੰਨਦੀ ਨਹੀਂ, ਤੇ ਮੈਂ ਤੁਹਾਨੂੰ ਸਾਇੰਸ ਦੀ ਔਕਾਤ ਅੱਗੇ ਸਮਝਾ ਦਿੱਤੀ ਹੈ। ਇੱਥੇ ਬੈਠੇ ਜੇ 19 ਗ੍ਰਹਿਾਂ ਤੇ ਜੇ ਗੁਰੂ ਨਾਨਕ ਲੱਖਾਂ ਤੇ ਜਾ ਸਕਦਾ, ਸਾਇੰਸ ਮੰਨੇ ਜਾਂ ਨਾ ਮੰਨੇ, ਬਾਪੂ ਤਲੀ ਤੇ ਰੱਖ ਕੇ ਲੜਵਾ ਸਕਦਾ ਹੈ। ਔਰ ਇਹ ਵੀ ਸਾਖੀ ਫੋਕੀ ਨਹੀਂ ਸੁਣਾਉਣੀ, ਨਾਲ ਮਸਾਲਾ ਸੁਣੋ। ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਮੈਂ ਨਹੀਂ ਕਹਿੰਦਾ ਵੀ ਬਿਨਾਂ ਸਾਹਾਂ ਤੋਂ ਕੋਈ ਲੜ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਤੇ ਗੁਰੂ ਮੰਨਦੇ ਜੇ ਨਾ। ਮੈਂ ਤੇ ਝੂਠ ਮਾਰ ਸਕਦਾ, ਆਖਣਗੇ ਵੀ ਝੂਠ ਮਾਰੇ ਨੇ। ਇਹਨੂੰ ਕਿੱਦਾਂ ਝੂਠਾ ਆਖੋਗੇ? ਇਹ ਤੇ ਪਲ ਪਲ ਕਹਿ ਰਿਹਾ ਹੈ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ। ਇੱਕ ਬੰਨੇ ਤੇ ਇਹ ਗੱਲ ਆਖੇ ਵੀ ਝੂਠ ਨਹੀਂ ਮਾਰਨਾ, ਤੇ ਜੇ ਸਿਰ ਤਲੀ ਤੇ ਰੱਖਿਆ ਨਹੀਂ ਜਾ ਸਕਦਾ, ਫਿਰ ਗੁਰੂ ਨਾਨਕ ਨੇ ਫਿਰ ਝੂਠ ਲਿਖਿਆ ਹੈ। ਜਉ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣਨਾ। ਇਹ ਕਿਉਂ ਲਿਖਿਆ? ਹੁਣ ਇਹਦੇ ਅਰਥ ਕਰਨਗੇ ਜੀ ਇਹ ਤੇ ਅੰਦਰ ਦੀ ਗੱਲ ਹੈ। ਤੇ ਮੈਂ ਕਿਹਾ ਇਹ ਦਿਖਾਓ ਵੀ ਕਿੱਥੇ ਲਿਖਿਆ ਨਿਰੀ ਅੰਦਰ ਦੀ ਗੱਲ ਹੈ, ਬਾਹਰ ਕਿਉਂ ਨਹੀਂ ਹੋ ਸਕਦੀ? ਇਹ ਕਿਤੇ ਲਿਖਿਆ ਵੀ ਅੰਤਰੀ ਅਰਥੀ ਹੈ ਬਾਣੀ ਦੇ। ਲੱਖਾਂ ਪਤਾਲ ਆਕਾਸ਼ ਅੰਦਰ ਹੈਗੇ, ਬਾਹਰ ਦੀ ਗੱਲ ਹੈ ਨਾ। ਤੇ ਫਿਰ ਇਸ ਤਲੀ ਤੇ ਸਿਰ ਰੱਖਣ ਦੀ ਗੱਲ ਬਾਹਰ ਕਿਉਂ ਨਹੀਂ ਵਾਪਰ ਸਕਦੀ?
ਇੱਕੋ ਹੀ ਬਚਨ ਮੈਂ ਤੁਹਾਨੂੰ ਕਹਿ ਦੇਵਾਂ, ਗੁਰ ਕਰਤਾ ਗੁਰ ਕਰਨ ਹਾਰ। ਗੁਰੂ ਜੋ ਚਾਹੇ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਤਲੀਆਂ ਤੁਲੀਆਂ ਤੇ ਸਿਰ ਤੇ ਛੱਡੋ, ਜੋ ਚਾਹੇ ਕਰ ਸਕਦਾ ਹੈ। ਤੇ ਜੇ ਗੁਰੂ ਇੰਨੀ ਗੱਲ ਕਹਿ ਰਿਹਾ ਹੈ ਵੀ ਮੈਂ ਸਭ ਕੁਝ ਕਰ ਸਕਦਾ, ਤੇ ਤੁਸੀਂ ਤਲੀ ਤੋਂ ਸਿਰ ਲਵਾ ਕੇ ਕਿੱਦਾਂ ਥੱਲੇ ਸੁੱਟ ਦੋਗੇ ਬਾਬਾ ਦੀਪ ਸਿੰਘ ਨੂੰ? ਇਹ ਗੁਰੂ ਨਾਲ ਵੈਰ ਕਮਾ ਰਹੇ ਜੇ। ਸਾਡੀ ਕਿਹੜੀ ਗੱਲ ਹੈ? ਇੱਥੇ ਵਿਚਾਰ ਕਰਕੇ ਗਾਂਹ ਤੁਰ ਜਾਣਾ। ਇਹ ਕੱਟਿਆ ਤੇ ਗੁਰੂ ਦੀ ਬਾਣੀ ਨੂੰ ਜਾ ਰਿਹਾ। ਜਾਂ ਤੇ ਬਾਣੀ ਦੇ ਆਧਾਰ ਤੇ ਸਿੱਧ ਕਰ ਦੋ ਵੀ ਸ਼ੀਸ਼ ਨਾਲ ਨਹੀਂ ਲੜਿਆ ਜਾ ਸਕਦਾ। ਬਾਣੀ ਚੋਂ ਸਿੱਧ ਕਰੋ, ਨਹੀਂ ਕਰ ਪਾਵੇਗਾ ਕੋਈ। ਬਾਣੀ ਤੇ ਕਹਿ ਰਹੀ ਹੈ ਗੁਰੂ ਸਮਰੱਥ ਹੈ, ਗੁਰੂ ਅਗੰਮ ਅਗੋਚਰ ਹੈ। ਗੁਰੂ ਦੀਆਂ ਰਮਜਾਂ ਨੂੰ ਕਿੱਥੇ ਸਮਝਿਆ ਜਾ ਸਕਦਾ ਹੈ? ਗੁਰੂ ਜੋ ਕਰ ਸਕਦਾ ਹੈ, ਆਪਾਂ ਆਪਣੀ ਸੁਰਤੀ ਨਾਲ ਉਹਨਾਂ ਕੀ ਸੋਚਦੇ ਹਾਂ ਵੀ ਬੰਦੇ ਦੀ ਇੰਨੀ ਕੁ ਤਾਕਤ ਹੈ, ਤੇ ਗੁਰੂ ਨੂੰ ਵੀ ਸਮਝ ਲੈਂਦੇ ਵੀ ਸ਼ਾਇਦ ਇੰਨੀ ਕੀ ਤਾਕਤ ਹੋਵੇਗੀ। ਪਰ ਨਹੀਂ, ਗੁਰੂ ਦੀ ਉਡਾਰੀ ਬਹੁਤ ਉੱਚੀ ਹੈ। ਗੁਰੂ ਦੀ ਉਡਾਰੀ ਇੰਨੀ ਉੱਚੀ ਹੈ, ਲੱਖਾਂ ਨਾਲ ਲੜਾ ਸਕਦਾ ਹੈ, ਤਲੀ ਤੇ ਸਿਰ ਰਖਵਾ ਸਕਦਾ ਹੈ, ਮੁਰਦਿਆਂ ਨੂੰ ਕਬਰਾਂ ਚੋਂ ਉਠਾ ਸਕਦਾ ਹੈ, ਖੋਪੜ ਲੈ ਜਾਵੇ ਪਰ ਸ਼ੀ ਨਹੀਂ ਹੋਣ ਦਿੰਦਾ। ਐਸੀਆਂ ਬਰਕਤਾਂ ਗੁਰੂ ਦਿੰਦਾ ਹੈ। ਇਹ ਕੋਈ ਸਾਇੰਸਦਾਨ, ਕੋਈ ਡਾਕਟਰ ਨਹੀਂ ਇਹ ਬਰਕਤਾਂ ਦੇ ਸਕਦਾ। ਉਹ ਜਿਹੜਾ ਸਮਰੱਥ ਗੁਰੂ ਹੈ ਨਾ, ਉਹ ਫਿਰ ਓਵਰ ਟਾਈਮ ਉਹਦੇ ਨਾਂ ਦਾ ਲਾਉਂਦੇ ਨੇ ਮਹਾਂਪੁਰਸ਼। ਉਹ ਰੱਖਿਆ ਦੇ ਸ਼ਬਦ ਵੀ ਨਾਲ ਪੜ੍ਹਦੇ ਨੇ। ਉਹਨਾਂ ਦੀ ਰਹਿਰਾ ਸਹਿ ਵੀ ਬੇਅੰਤ ਹੈ, ਬੇਅੰਤ ਹੈ। ਚੌਪਈ ਸਹਿ ਵੀ ਬੇਅੰਤ ਹੈ। ਕੋਈ ਗੁਨਾਹ ਥੋੜ੍ਹੀ ਹੈ। ਜਾਂ ਤੇ ਕਹਿ ਦਵੋ ਵੀ ਇੰਨਾ ਪੜ੍ਹਨਾ, ਜੇ ਇਹਦੋਂ ਅੱਗੇ ਕੀਤੀ ਨਾ ਚੌਪਈ ਤੇ ਪਾਪ ਹੋ ਜਾਵੇਗਾ। ਵੀ 5 ਬਾਣੀਆਂ ਪੜ੍ਹਨੀਆਂ ਇਹ ਡਿਊਟੀ ਹੈ, ਤੇ ਜੇ ਸਵੇਰੇ ਹੀ ਸੁੰਦਰ ਗੁੜਕਾ ਪੜ੍ਹ ਦਿੱਤਾ ਹੈ, ਕੋਈ 18 ਪੜ੍ਹ ਲੇ, ਕੋਈ 20 ਬਾਣੀਆਂ ਪੜ੍ਹ ਲੈ, ਕੋਈ 25 ਅੰਗ ਕਰ ਲੇ, ਕੋਈ ਗੁਨਾਹ ਹੋ ਗਿਆ। ਓਵਰ ਟਾਈਮ ਹੀ ਲਾਇਆ। ਤੇ ਓਵਰ ਟਾਈਮ ਦਾ ਸਦਾ ਹੀ ਫਾਇਦਾ ਹੁੰਦਾ, ਜਿਹਦਾ ਡੇਢਾ ਹੁੰਦਾ। ਜੇ ਡੇਢਾ, 1.5 ਗੁਣਾ ਪੈਸੇ ਮਿਲਦੇ ਨੇ ਨਾ। ਇੱਥੇ ਪਤਾ ਨਹੀਂ, ਕੈਨੇਡਾ ਜਦੋਂ ਮੈਂ ਰਹਿੰਦਾ ਸੀ ਤਾਂ ਉਹ 1.5 ਗੁਣਾ ਦਿੰਦੇ ਨੇ। ਇੱਦਾਂ ਹੀ ਮਾਇਆ ਕਮਾਉਣ ਲਈ ਜੇ 1.5 ਗੁਣਾ ਮਿਲਦੇ ਨੇ ਓਵਰ ਟਾਈਮ ਵਿੱਚ, ਜੇ ਬਾਪੂ ਨਾਨਕ ਨੂੰ ਕਮਾਉਣਾ ਸੀ ਤੇ ਕਈ ਗੁਣਾ ਵੱਧ ਮਿਲਣਗੇ। ਤੂੰ ਓਵਰ ਟਾਈਮ ਲਾ ਸਹੀ, ਖਾਲੀ ਨਹੀਂ ਜਾਂਦਾ। ਔਰ ਆਪ ਕਹਿ ਰਿਹਾ ਹੈ ਸਿਮਰਨ ਕਰਨ ਲਈ, ਆਪ ਕਹਿ ਰਿਹਾ ਹੈ ਵੀ ਭਲ ਕੇ ਉੱਠੋ, ਫਿਰ ਯਾਦ ਕਰੋ, ਫਿਰ ਪ੍ਰਭਾਤ ਆਵੇਗੀ, ਫਿਰ ਉੱਠੋ, ਫਿਰ ਯਾਦ ਕਰੋ। ਖੂਹ ਦੀ ਟਿੰਡ ਵਾਂਗੂ ਗਿੜਦੇ ਜਾਓ। ਇਹ ਕੰਮ ਛੱਡਣਾ ਨਹੀਂ ਹੈ ਕਦੀ, ਇਹ ਛੱਡਣਾ ਨਹੀਂ ਹੈ। ਕਿਉਂਕਿ ਜੇ ਕਮਾਈ ਕਰਨੀ ਛੱਡ ਦਿੱਤੀ ਤੇ ਭੁੱਖੇ ਮਰਨਾ ਪੈਣਾ। ਕਿੰਨਾ ਕੁ ਚਿਰ ਉਹ ਜਿਹੜੀ ਸਾਂਭੀ ਹੈ ਕਮਾਈ ਉਹ ਖਾਈ ਜਾਵਾਂਗੇ। ਇਸੇ ਕਰਕੇ ਇਹ ਕਮਾਈ ਕਰਨੀ ਪੈਂਦੀ ਹੈ, ਇਹ ਨਿਤਨੇਮ ਕਰਨਾ ਪਵੇਗਾ। ਔਰ ਮਹਾਰਾਜ ਸੋਹਿਲੇ ਬਾਣੀ ਦੇ ਸਹਿਤ ਇਸ ਨਿਤਨੇਮ ਦੀ ਜੋ 7ਵੀਂ ਬਾਣੀ ਹੈ, 5 ਅੰਮ੍ਰਿਤ ਵੇਲੇ ਦੀਆਂ, ਸੋਦਰ ਰਹਿ ਰਾਸ, ਜਿਹਨੂੰ ਰਹਿ ਰਾਸ ਸਾਹਿਬ ਕਹਿੰਦੇ ਆ, ਰਾਸ ਪੂੰਜੀਆਂ ਨਾਲ ਝੋਲੀਆਂ ਭਰਨ ਵਾਲੀ, ਪੜ੍ਹ ਕੇ ਤੇ ਫਿਰ ਸੌਣ ਲੱਗਿਆਂ ਗੁਰੂ ਕਾ ਸਿੱਖ ਇਹ ਪੜ੍ਹਦਾ ਹੈ, ਕੀਰਤੀ ਕਰਦਾ ਅਕਾਲ ਪੁਰਖ ਦੀ ਉਸ ਖਸਮ ਦੀ। ਔਰ ਜਦੋਂ ਉਹਦੀ ਅਸੀਂ ਕੀਰਤੀ ਕਰਦੇ ਹਾਂ, ਫਿਰ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਹੈ। ਸਾਡਾ ਖਸਮ ਉਹ ਹੈ, ਫਿਰ ਦੁੱਖ ਸੁੱਖ ਦਾ ਭਾਈਵਾਲ ਉਹ ਹੈ। ਜਿਹਦਾ ਨਾਮ ਜਪੀਏ, ਜਿਹਦੀ ਨੌਕਰੀ ਕਰੀਏ, ਫਿਰ ਇੱਜ਼ਤ ਦਾ ਰਾਖਾ ਉਹ ਬਣ ਜਾਂਦਾ ਹੈ। ਤੇ ਜੇ ਬਾਣੀ ਨਹੀਂ ਪੜ੍ਹਦੇ, ਗੁਰੂ ਦਾ ਹੁਕਮ ਨਹੀਂ ਮੰਨਦੇ, ਤੇ ਫਿਰ ਇੱਧਰ ਉੱਧਰ ਭੱਜੇ ਫਿਰੋ, ਉਹਦੀ ਮੋਹਰ ਨਹੀਂ ਕਦੇ ਵੀ ਲੱਗੇਗੀ। ਉਹਦੇ ਸਿੱਖ ਨਹੀਂ ਅਸੀਂ ਕਦੇ ਵੀ ਬਣ ਸਕਦੇ। ਬਾਬਾ ਗੁਰਬਚਨ ਸਿੰਘ ਹੋਏ ਨੇ ਭਿੰਡਰਾਂ ਵਾਲੇ, ਵਿਦਿਆ ਮਾਰਦੰਡ, ਬ੍ਰਹਮ ਦੀ ਅਵਸਥਾ ਨੂੰ ਪ੍ਰਾਪਤ ਆ। ਜਿੰਨੇ ਵੀ ਸਿੰਘ ਸਾਹਿਬ ਗਿਆਨੀ ਧਿਆਨੀ ਦੇਖੋਗੇ ਨਾ ਦਰਬਾਰ ਸਾਹਿਬ ਜਾਂ ਕਿਤੇ ਵੀ, ਇੱਥੇ ਤੇ ਭਾਈ ਗੁਰਦਾਸ ਕਹਿੰਦਾ ਇੱਕ ਸਿੱਖ ਨੂੰ ਹੀ ਗੁਰਮਤ ਨਾਲ ਜੋੜ ਦੇ, ਇੱਕ ਸਿੱਖ ਨੂੰ ਗੁਰਮਤੀਆ ਬਣਾ ਦੇ, ਤੇ 100 ਸੋਨੇ ਦਾ ਮੰਦਰ ਦਾਨ ਕਰਨ ਨਾਲੋਂ ਵੱਧ ਪੁੰਨ ਹੈ। ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ। 100 ਮੰਦਰ ਬਣਾ ਕੇ ਦਾਨ ਕਰਦੇ ਤੇ ਇੱਕ ਮਨਮਤੀਏ ਨੂੰ ਗੁਰਮਤ ਦੇ ਲੜ ਲਾ ਦੇ, ਉਹ 100 ਮੰਦਰ ਦਾਨ ਕਰਨ ਨਾਲੋਂ ਤੇਰੀ ਬੱਲੇ ਬੱਲੇ ਲੋਕ ਪਰਲੋਕ ਵਿੱਚ ਗੁਰੂ ਨਾਨਕ ਜਾਦੀ ਕਰਵਾਵੇਗਾ। ਗ੍ਰੰਥੀ ਸਿੰਘ ਬਣਾ ਦੇ ਕਿਸੇ ਨੂੰ, ਬੜਾ ਵੱਡਾ
ਤੇ ਬਾਬਾ ਗੁਰਬਚਨ ਸਿੰਘ ਨੇ ਹਜ਼ਾਰਾਂ ਗਿਆਨੀ ਬਣਾਏ ਨੇ ਕਥਾਵਾਚਕ, ਜਿਨ੍ਹਾਂ ਗਾਂ ਲੱਖਾਂ ਜੋੜੇ ਹੋਣਗੇ। ਉਹਨਾਂ ਇੱਕ ਬਚਨ ਕਰਨਾ, ਕਿਉਂਕਿ ਬਚਨ ਸਮੇਂ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਉਹਨਾਂ ਨੂੰ ਕਿਸੇ ਨੇ ਆਖਿਆ ਜੀ ਜੇ ਨਿਤਨੇਮ ਦਾ ਨਾਗਾ ਪੈ ਜਾਵੇ, ਕਹਿੰਦੇ ਨਾਗਾ ਪੈਣਾ ਹੀ ਨਹੀਂ ਚਾਹੀਦਾ। ਹੁਣ ਆਪਾਂ ਨੂੰ ਪਤਾ ਹੈ ਵੀ ਪੈਸੇ ਦੇ ਲੋਕਾਂ ਤੋਂ ਉਦੋਂ ਹੁੰਦੇ ਨਹੀਂ ਸੀ, ਤੇ ਘਿਓ ਦਾ ਮੁੱਲ ਬਹੁਤ ਹੁੰਦਾ ਸੀ, ਘਿਓ ਮਹਿੰਗਾ ਬੜਾ ਸੀ। ਜਿਹੜੇ ਬਜ਼ੁਰਗ ਦਾਨੇ ਪਰਦਾਨੇ ਮਾਈਆਂ ਪੰਜਾਬ ਵਿੱਚ ਜਿਨ੍ਹਾਂ ਨੇ ਕੁਝ ਸਮਾਂ ਹੰਢਾਇਆ ਹੈ, ਉਹ ਜਾਣਦੇ ਨੇ ਵੀ ਘਿਓ ਦਾ, ਦੇਸੀ ਘਿਓ ਦਾ, ਡਾਲਡੇ ਦਾ ਨਹੀਂ, ਦੇਸੀ ਦਾ ਮੁੱਲ ਬੜਾ ਸੀ। ਤੇ ਪੈਸਾ ਤਾਂ ਉਦੋਂ ਲੱਭਦਾ ਨਹੀਂ ਸੀ, ਫਸਲ ਉਦੋਂ ਹੁੰਦੀ ਨਹੀਂ ਸੀ, ਡੰਗਰਾਂ ਦਾ ਚਾਰਾ ਹੁੰਦਾ ਨਹੀਂ ਸੀ, ਤੇ ਘਿਓ ਕਿੱਥੋਂ ਆਉਣਾ ਸੀ। ਬੜਾ ਅਮੁੱਲਾ ਸਮਝਿਆ ਜਾਂਦਾ ਸੀ ਘਿਓ ਨੂੰ। ਬਾਬਾ ਗੁਰਬਚਨ ਸਿੰਘ ਨੇ ਆਖਣਾ ਵੀ ਜੇ 100 ਗਾਗਰਾਂ ਵੀ ਘਿਓ ਦੀਆਂ ਰੁੜ ਜਾਣ ਨਾ, ਇੰਨਾ ਵੀ ਨੁਕਸਾਨ ਹੋ ਜੇ ਤੇ ਫਿਰ ਵੀ ਨਿਤਨੇਮ ਨਹੀਂ ਛੱਡਣਾ, ਫਿਰ ਵੀ ਨਿਤਨੇਮ ਨਹੀਂ ਛੱਡਣਾ, ਨਾਗਾ ਨਹੀਂ ਪਾਉਣਾ। ਦੁੱਖ ਆਵੇ ਸੁੱਖ ਆਵੇ, ਆਰਾਧਨਾ ਹੈ। ਇੱਕ ਉਦਾਹਰਨ ਦੇਣ ਦਾ ਤਰੀਕਾ ਹੈ। ਪੁਰਾਣੇ ਮਹਾਂਪੁਰਸ਼ਾਂ ਨੇ ਆਪਣੇ ਸਮੇਂ ਦੀ ਉਦਾਹਰਨ ਦਿੰਦੇ ਨੇ, ਤਾਂ ਹੀ ਕਹਿੰਦੇ ਨੇ ਜੇ ਸਿੱਖ ਖਵਾਉਣਾ ਹੀ ਦੁੱਖ ਆ ਜਾਵੇ ਸੁੱਖ ਆ ਜਾਵੇ, ਤੂੰ ਆਖੇ ਵੀ ਅੱਜ ਤੜਕੇ ਨਹੀਂ ਉੱਠਣਾ, ਕਹਿੰਦੇ ਨਾਗਾ ਨਾ ਪਾਈ। ਯਤਨ ਕਰੀ ਜਿੰਨਾ ਚਾਹੇ ਨੁਕਸਾਨ ਹੋ ਗਿਆ, ਯਤਨ ਕਰੀ ਨਿਤਨੇਮ ਨਾ ਛੱਡ ਦਈ, ਕਿਉਂਕਿ ਜੇ ਸੁੱਖ ਵੇਲੇ ਮਾਪਿਆਂ ਦਾ ਪੱਲਾ ਨਹੀਂ ਛੱਡਿਆ ਤੇ ਦੁੱਖ ਵੇਲੇ ਹੀ ਮਾਤਾ ਪਿਤਾ ਹੀ ਕੰਮ ਆਉਂਦੇ ਨੇ। ਗਵਾਂਢੀਆਂ ਥੋੜਾ ਦਰਵਾਸਾ ਦੇਣਾ ਹੈ। ਦੁੱਖ ਆਇਆ ਪੰਡਤਾਂ ਕੋ ਭੱਜਾ ਫਿਰੇ, ਟੱਲ ਖੜਕਾਉਂਦਾ ਫਿਰੇ, ਕਬਰਾਂ ਨੂੰ ਪੂਜਦਾ ਫਿਰੇ, ਗੁਰੂ ਨਾਨਕ ਨੂੰ ਛੱਡ ਕੇ ਹੋਰ ਲੋਕਾਂ ਤੋਂ ਕੰਨਾਂ 'ਚ ਫੂਕਾਂ ਮਰਵਾਵੇਂ ਨਹੀਂ। ਜੇ ਸੋਖੇ ਦੇ ਦਰ ਤੇ ਲਏ ਨੇ ਤੇ ਦੁੱਖ ਵਿੱਚ ਵੀ ਪੱਲਾ ਇੰਨਾ ਹੀ ਫੜਨਾ ਹੈ, ਨਹੀਂ ਤੇ ਟੁੱਟ ਜਾਵੇਂਗਾ, ਮੁੱਕ ਜਾਵੇਂਗਾ। ਮਾਤਾ ਪਿਤਾ ਹੀ ਆਸਰਾ ਆਉਂਦੇ ਨੇ। ਤੇ ਸਾਡੇ ਮਾਤਾ ਪਿਤਾ ਕੌਣ ਨੇ? ਤੂੰ ਗੁਰ ਪਿਤਾ, ਤੂੰ ਹੈ ਮੇਰਾ, ਉਹੀ ਸਭ ਕੁਝ ਹੈ। ਉਹੀ ਮੇਰਾ ਮਾਤਾ ਹੈ, ਉਹੀ ਮੇਰਾ ਪਿਤਾ ਹੈ, ਉਹੀ ਸਾਡਾ ਆਸਰਾ ਹੈ। ਉਹ ਜਿਹੜਾ ਗੁਰੂ ਨਾਨਕ ਹੈ, ਉਹ ਜਿਹੜਾ ਸਾਡਾ ਮਾਤਾ ਪਿਤਾ ਹੈ। ਮਾਂ ਪਿਓ ਨੂੰ ਚੇਤੇ ਰੱਖੀਏ, ਮਾਂ ਪਿਓ ਅੰਗ ਸੰਗ ਰਹਿੰਦਾ ਹੈ। ਇੱਥੋਂ ਤੱਕ ਕਹਿ ਦਿੱਤਾ ਬਾਣੀ ਨੇ। ਆਪਾਂ ਨਾ ਅੱਜ ਕੱਲ੍ਹ ਤੇ ਗੱਡੀਆਂ ਗੁੱਡੀਆਂ ਆਪਣੇ ਕੋਲ ਚੰਗੀਆਂ, ਪੁਰਾਣਿਆਂ ਸਮਿਆਂ ਵਿੱਚ ਕੋਈ ਸਾਧਨ ਨਹੀਂ ਸੀ। ਛਮਾਈ ਸਿੱਖ ਆਉਂਦੇ ਸੀ ਗੁਰੂ ਘਰ, ਆਪਣਾ ਦਸਵੰਧ ਲੈ ਕੇ, ਫਸਲਾਂ ਕੱਟ ਕੁੱਟ ਕੇ, ਔਰ ਅਰਦਾਸ ਕਰਨੀ ਪਾਤਸ਼ਾਹ ਵੀ ਰੋਜ਼ ਦਿਦਾਰੇ ਬਖਸ਼ਿਆ ਕਰੋ। ਤੇ ਬਾਪੂ ਬਖਸ਼ ਦਿੰਦਾ ਹੋਵੇਗਾ, ਯਾਦ ਕਰੀਏ ਤੇ ਕਿਵੇਂ ਨਹੀਂ ਬਖਸ਼ਦਾ। ਕਿਸੇ ਨੂੰ ਸਾਰੀ ਦਿਹਾੜੀ ਯਾਦ ਕਰੋ ਤੇ ਉਹ ਬੰਦਾ ਸੁਪਨੇ 'ਚ ਆ ਜਾਂਦਾ ਤੁਹਾਡੇ, ਤੇ ਰੱਬ ਕਿਉਂ ਨਾ ਬਖਸ਼ਦਾ ਹੋਵੇਗਾ, ਰੱਬ ਕਿਉਂ ਨਾ ਚੇਤੇ ਆਉਂਦਾ ਹੋਵੇਗਾ। ਸਾਡੇ ਕੋਲ ਸਭ ਸਾਧਨ ਨੇ, 5 ਮਿੰਟ ਨਹੀਂ ਲੱਗਦੇ ਗੁਰੂ ਘਰ ਆਉਣਾ ਹੋਵੇ ਤੇ। ਫਿਰ ਵੀ ਮਿੱਟੀ ਵਿੱਚ ਇੰਨੇ ਰੁੱਝ ਜਾਂਦੇ ਆ, ਆਖਣਗੇ ਚਲੋ ਵੀਕਐਂਡ ਤੇ ਹੀ ਚੱਲਾਂਗੇ। ਉਹ ਨਹੀਂ ਸਮਾਂ ਤੁਹਾਡੇ ਕੋਲ ਬਹਿਣ ਦਾ, ਇਹਦੇ ਦਿਦਾਰੇ ਕਰਿਆ ਕਰੋ। ਮਲੇਸ਼ੀਆ 'ਚ ਕਿੰਨੇ ਆਉਣਾ ਸੀ ਜੇ ਉਹਨੇ ਸਰਬੰਸ ਵਾਰ ਕੇ ਤੁਹਾਨੂੰ ਆਜ਼ਾਦ ਨਾ ਕਰਵਾਇਆ ਹੁੰਦਾ। ਤੇ ਗੁਲਾਮੀ ਸੀ ਸਾਡੇ ਕੋਲ, ਕੀ ਸੀ ਉੱਥੇ ਦੱਸੋ? ਆ ਇੰਨੇ ਬੈਠੇ ਜੇ, ਕਿਹੜਾ ਸ਼ਾਹ ਸੀ ਉੱਥੇ? ਗੁਲਾਮੀ ਸੀ ਨਾ ਮੁਗਲਾਂ ਦੀ। ਤੇ ਜੇ ਬਾਪੂ ਤਲਵਾਰ ਲੈ ਕੇ ਆਪਣੇ ਘਰ ਦੇ ਚਿਰਾਗ ਬੁਝਾ ਕੇ, ਆ ਤੁਹਾਡੇ ਬੱਚੇ ਤੁਹਾਡੇ ਘਰਾਂ ਦੇ ਚਿਰਾਗ ਜਗਦੇ ਰੱਖੇ ਨੇ ਉਸਨੇ, ਤੇ 5 ਮਿੰਟ ਕੱਢ ਕੇ ਮੱਥਾ ਨਹੀਂ ਟੇਕਣ ਆਉਣਗੇ। ਤੇ ਲੈ ਉਹ ਆਉਂਦਾ ਹੈ, ਪਰ ਉਦੋਂ ਸਿਰੋਂ ਪਾਣੀ ਨਾ ਗਿਆ, ਮੰਜੇ ਤੇ ਪੈ ਕੇ ਆਏ ਤੇ ਕਾਹਦੇ ਆਏ? ਫਿਰ ਜਦੋਂ ਦੁੱਖ ਆਉਂਦਾ ਉਦੋਂ ਆਉਂਦੇ ਆ ਕਿ ਨਹੀਂ ਆਉਂਦੇ ਆਪਾਂ? ਇਸ ਗੱਲ ਨੂੰ ਯਾਦ ਰੱਖਿਆ ਕਰੋ, ਅਹਿਸਾਨ ਗਿਣਦੇ ਜਾਇਆ ਕਰੋ। ਉਹਦੇ ਅਹਿਸਾਨ ਬੜੇ ਨੇ ਸਾਡੇ ਤੇ, ਔਰ ਇਹ ਗੈਰਾਂ ਨੇ, ਮੁਸਲਮਾਨ ਵੀਰਾਂ ਨੇ, ਸਨਾਤਨ ਹਿੰਦੂ ਕਵੀਆਂ ਨੇ ਅਹਿਸਾਨ ਗਿਣੇ ਨੇ ਵੀ ਇੰਨੇ ਕੁ ਕੀਤੇ ਨੇ ਮਾਨਵਤਾ ਤੇ, ਉਸਨੇ ਗਿਣਤੀ ਕੋਈ ਨਹੀਂ ਹੈ। ਇੱਥੇ ਜਿੰਨਾ ਸਨਾਤਨ ਧਰਮ ਦਾ ਇਤਿਹਾਸ ਪੜ੍ਹੋ, ਰਾਮ ਜੀ ਲੜ ਰਹੇ ਨੇ ਪਰ ਘਰ ਦੀ ਲੜਾਈ ਹੈ, ਬੀਬੀ ਸੀਤਾ ਦੀ ਘਰ ਦੀ ਲੜਾਈ ਹੈ। ਕ੍ਰਿਸ਼ਨ ਜੀ ਲੜ ਲਏ ਨੇ, ਤਖਤ ਦੀ ਲੜਾਈ ਹੈ। ਤੇ ਕਲਗੀਧਰ ਨੇ ਨਿਆਣੇ ਨੌਕਰੀ ਲਵਾਉਣੇ ਸੀ, ਕਾਹਦੀ ਲੜਾਈ ਹੈ? ਕੋਈ ਇਸਤਰੀ ਦੀ ਹੈ, ਕੋਈ ਤਖਤ ਦੀ ਹੈ। ਸਿਰਫ ਸਾਡੇ ਗਲੋਂ ਸੰਗਲ ਲਾਉਣ ਦੀ ਲੜਾਈ ਹੈ, ਤੇ ਲਾ ਕੇ ਵਿਖਾਏ ਨੇ ਉਸਨੇ।
ਸਰਬੰਸ ਵਾਰਿਆ ਇਹ ਆਪਣਾ ਸਾਡੇ ਘਰ ਵਸਦੇ ਰੱਖਣ ਲਈ। ਆਪਦੇ ਦੀਵੇ ਬੁਝਾ ਕੇ ਤੇਲ ਤੁਹਾਡੇ ਦੀਵਿਆਂ 'ਚ ਪਾ ਦਿੱਤਾ ਵੀ ਇਹ ਜਗਦੇ ਰਹਿਣ, ਇਹਨਾਂ ਦੀਆਂ ਕੋਲਾਂ ਆਜ਼ਾਦ ਹੋ ਸਕਣ। ਫਿਰ ਕਿਤੇ ਆਜ਼ਾਦੀਆਂ ਮਿਲੀਆਂ ਨੇ, ਤਖਤ ਦਿੱਲੀਓਂ ਪੁੱਟੇ ਤੇ ਆ ਬਾਹਰਲੇ ਮੁਲਕਾਂ 'ਚ ਆਨੰਦ ਮਾਣ ਰਹੇ ਜੇ। ਇਹਨੂੰ ਯਾਦ ਰੱਖਿਆ ਕਰੋ, ਇਹਨੂੰ ਚੇਤੇ ਰੱਖਿਆ ਕਰੋ, ਇਹਦੇ ਦਿਦਾਰੇ ਕਰਿਆ ਕਰੋ। ਫਰੀਦ ਕਹਿੰਦਾ ਵੀ ਲੱਖਾਂ ਕਣੀਆਂ ਮੀਂਹ ਚਿੱਕੜ ਝੱਗ ਵਰਸੇ, ਕੁਛ ਵੀ ਹੋਵੇ। ਫਰੀਦ ਕੀ ਕਹਿੰਦੇ ਨੇ, ਉੱਠ ਫਰੀਦਾ ਉੱਜੂ ਸਾਜ ਸੁਬਾ ਨਿਵਾਜ ਗੁਜ਼ਾਰ। ਉਹਦਾ ਆਪਣਾ ਪੱਖ ਹੈ, ਖੁਦਾ ਨੂੰ ਮੰਨ ਰਿਹਾ ਔਰ ਇਸਲਾਮ 5 ਵਕਤ ਦਾ ਨਿਮਾਜੀ ਹੈ। ਹੁਣ ਉਹ ਕਹਿੰਦਾ ਹੈ ਵੀ ਉਸ ਖਸਮ ਨੂੰ ਯਾਦ ਕਰ, ਨਮਾਜ਼ ਪੜ੍ਹ, ਤੇ ਜੇ ਨਾ ਪੜ੍ਹੀ ਕਹਿੰਦਾ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਵੱਢ ਕੇ ਸੁੱਟ ਦੋ। ਕਿਹੜੇ ਕੰਮ ਹੈ, ਕਿਹੜੇ ਕੰਮ ਹੈ? ਜਦੋਂ ਇਹ ਮੁੱਕੇਗਾ, ਕੋਈ ਖੋਪੜੀ ਵੇਖਦੀ ਵੇਖੀ ਕਿਸੇ ਦੀ? ਖੋਪੜੀ ਦਾ ਕੋਈ ਮੁੱਲ ਹੈ? ਸਿਰ ਦਾ ਕੋਈ ਮੁੱਲ ਨਹੀਂ ਹੈ। ਕਹਿੰਦਾ ਇਹਦਾ ਕੋਈ ਮੁੱਲ ਤੇ ਹੈ ਨਹੀਂ, ਪਰ ਜੇ ਗੁਰੂ ਅੱਗੇ ਝੁਕੇਗੀ ਤੇ ਇਹ ਸਦਾ ਲਈ ਅਮੁੱਲੀ ਹੋ ਜਾਣੀ। ਇਹ ਮਿੱਟੀ ਵੀ ਹੋ ਗਈ, ਇਹ ਖੋਪੜ ਦੇ ਮਾਲਕ ਦਾ ਨਾਂ ਸਦਾ ਲਈ ਹੈ। ਖੋਪੜ ਮਿੱਟੀ ਹੋ ਗਈ। ਬਾਬੇ ਫਰੀਦ ਦੀ ਅੱਜ ਵੀ ਅਮਰ ਹੈ ਕਿ ਨਹੀਂ? ਯਾਦ ਕਰਦੇ ਜੇ ਕਿ ਨਹੀਂ ਕਰਦੇ? ਕਹਿੰਦਾ ਛੱਡਣਾ ਨਹੀਂ ਹੈ ਉਸਨੂੰ, ਉਸਨੂੰ ਧਿਆਉਣੋਂ ਨਹੀਂ ਹਟਣਾ। ਫਰੀਦਾ ਗੁੱਸੇ 'ਚ ਆਇਆ ਥੋੜਾ, ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ। ਕਈ ਵਾਰ ਅਸੀਂ ਪ੍ਰਚਾਰਕ ਨਾ ਇਹਨਾਂ ਵੱਲ ਵੇਖਣ ਲੱਗ ਪੈਂਦੇ ਆ, ਪਤਾ ਨਹੀਂ ਇੱਥੇ ਕੀ ਜਾਂਦੇ ਡਾਲਰਾਂ ਵਾਲ, ਤੇ ਮਿੱਠੇ ਮਿੱਠੇ ਅਰਥ ਕਰਦੇ ਹਾਂ ਅਸੀਂ। ਇਹ ਨਹੀਂ ਹੈ। ਮਿੱਠਾ ਉੱਥੇ ਲੱਗਦਾ ਹੈ ਅਰਥ ਜਿੱਥੇ ਕੋਈ ਜੀਵਨ ਉੱਚਾ ਹੋਵੇ। ਸਾਨੂੰ ਤਾਂ ਇਦਾਂ ਲੱਗਦਾ ਵੀ ਬਾਪੂ ਚਪੇੜਾਂ ਹੀ ਛੱਡੀ ਜਾਂਦਾ ਹੈ। ਕਿਉਂ ਬੱਚੇ ਜਿਹੜੇ ਵਿਗੜੇ ਹੁਣ ਉਹਨਾਂ ਨੂੰ ਚਪੇੜਾਂ ਹੀ ਵੱਜਦੀਆਂ ਨੇ, ਤੇ ਅਸੀਂ ਵਿਗੜੇ ਹੋਏ ਆ, ਤੁਹਾਡਾ ਮੈਨੂੰ ਪਤਾ ਨਹੀਂ। ਉਹ ਕਹਿੰਦਾ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬ ਹੀ ਚੱਲ ਨਾ ਆਇਆ 5 ਵਕਤ ਮਸੀਤ। ਤੂੰ ਚੇਤਾ ਹੀ ਭੁਲਾ ਦਿੱਤਾ ਹੈ। ਜਿਸ ਖਸਮ ਨੇ ਸਭ ਕੁਝ ਦਿੱਤਾ ਹੈ, ਵੇਖ ਅੱਜ ਦੀ ਸਵੇਰ ਤੇਰੀ ਚੜ੍ਹੀ ਹੈ, ਕਈ ਸੁੱਤੇ ਹੀ ਰਹਿ ਗਏ ਨੇ। ਆ ਪਰਿਵਾਰ ਹੱਸਦਾ ਵਸਦਾ ਦਿੱਤਾ ਹੈ, ਕਈਆਂ ਦਾ ਉੱਜੜ ਚੁੱਕਿਆ ਹੈ। ਇੱਕ ਇੱਕ ਸਾਹ ਜਾਓ, ਚਲੇ ਜਾਓ ਕਿਸੇ ਹਕੀਮ ਕੋਲੋਂ, ਲੱਖਾਂ ਹੀਰੇ ਵੀ ਦੇ ਦਿਓ ਤੇ ਨਹੀਂ ਝੋਲੀ ਪਾ ਸਕਦਾ। ਅੱਜ ਕਈ ਸਾਹ ਲਏ ਨੇ ਉਹਦੀ ਬਦੌਲਤ ਤੋਂ। ਇਹ ਚੰਗੀ ਗੱਲ ਨਹੀਂ ਹੈ ਉਸ ਨੂੰ ਭੁਲਾਉਣਾ, ਇਹ ਕ੍ਰਿਤ ਘਣਤਾ ਹੈ। ਤੇ ਕੁੱਤਾ ਲਫ਼ਜ਼ ਉਸਨੇ ਤਾਂ ਵਰਤਿਆ ਹੈ। ਕੁੱਤਾ ਕੀ ਕਰਦਾ ਵੀ ਜਦੋਂ ਇੱਥੋਂ ਬੁਰਕੀ ਪਵੇ ਤੇ ਅਗਲੇ ਘਰ ਚਲਿਆ ਜਾਂਦਾ, ਉਹਦਾ ਚੇਤਾ ਹੀ ਕੋਈ ਨਹੀਂ ਹੈ। ਕਹਿੰਦੇ ਇਦਾਂ ਨਾ ਕਰ, ਉੱਥੇ ਬਹਿ ਜਾ। ਜਿੱਦਾਂ ਵਫਾਦਾਰ ਕਈ ਕੁੱਤੇ ਨੇ ਨਾ, ਉਹ ਦਰ ਨਹੀਂ ਛੱਡਦੇ, ਬਹਿ ਜਾ ਇੱਕ ਥਾਂ ਤੇ। ਤੇ ਜਿਹੜਾ ਘਰ ਤੋਂ ਅਗਲੇ ਘਰ ਜਾਵੇ, ਅੱਡਾ ਰੋੜੀ ਦੇ ਕੁੱਤੇ ਨੂੰ ਫਿਰ ਲੋਕ ਬੁਰਕੀ ਪਾਉਣੋਂ ਹਟ ਜਾਂਦੇ ਵੀ ਇਹਦੇ ਟਿਕਦਾ ਹੀ ਨਹੀਂ ਹੈ, ਵਾਰਾ ਹੀ ਹੋਇਆ ਹੈ। ਇੱਕੇ ਦੇ ਦਰ ਤੇ ਬਹਿ ਜਾ, ਇੱਕੇ ਬੇੜੀ ਵਿੱਚ ਚੜ੍ਹ ਜਾ, ਗੁਰੂ ਨਾਨਕ ਦੇ ਦਰ ਤੇ ਬਹਿ ਜਾ। ਏਡਾ ਜ਼ਰੂਰੀ ਹੈ ਨਿਤਨੇਮ। ਫਰੀਦ ਕਹਿੰਦਾ ਏਡੀ ਜ਼ਰੂਰੀ ਹੈ ਸਾਨੂੰ ਨਮਾਜ਼, ਇਹ ਬੜਾ ਜ਼ਰੂਰੀ ਹੈ। ਔਰ ਜਿਹੜਾ ਕਰੇਗਾ ਉਹਨੂੰ ਵਡਿਆਈਆਂ ਨੇ, ਉਹਨੂੰ ਖੁਸ਼ੀਆਂ ਖੇੜੇ ਨੇ। ਤੇ ਜੇ ਕਿਤੇ ਜੀਵਨ ਵਿੱਚ ਦੁੱਖ ਆ ਵੀ ਜਾਵੇ, ਭਾਈ ਦਾਰੂ ਸਿੰਘ ਵਾਂਗੂ ਕੰਡਾ ਨਹੀਂ ਜੇ ਜਰਿਆ ਜਾਂਦਾ, ਪਰ ਜੇ ਨਾਮ ਚੇਤੇ ਹੈ ਤੇ ਭਾਵੇਂ ਸੂਲੀ ਤੇ ਚੜ੍ਹਨਾ ਪੈ ਜਾਵੇ। ਏਡੀਆਂ ਬਰਕਤਾਂ ਦਿੰਦਾ ਗੁਰੂ ਨਾਨਕ, ਕਿਤੇ ਕੰਡੇ ਵਰਗੀ ਦਰਦ ਨਹੀਂ ਹੋਣ ਦਿੰਦਾ, ਭਾਵੇਂ ਸੂਲੀ ਚੜ੍ਹ ਜਾਵੇ। ਦੋਵੇਂ ਪੱਖ ਨੇ। ਅਵਲ ਤੇ ਦੁੱਖ ਆਉਣ ਨਹੀਂ ਦਿੰਦਾ, ਤੇ ਜੇ ਦੁੱਖ ਆ ਜਾਵੇ, ਜੇ ਦੁੱਖ ਆ ਗਿਆ ਤੇ ਦੁੱਖ ਦੁੱਖ ਹੋ ਕੇ ਲੱਗਦਾ ਹੀ ਨਹੀਂ ਹੈ। ਐਸੀਆਂ ਬਰਕਤਾਂ ਨੇ ਦੀਨ ਦੁਨੀਆ ਦੇ ਪਾਤਸ਼ਾਹ ਦੀ ਬਾਣੀ ਪੜ੍ਹਨ ਦਾ। ਐਸਾ ਫਲ ਹੈ ਜਿੱਥੇ ਸੁੱਖਾਂ ਨਾਲ ਝੋਲੀਆਂ ਭਰਦਾ, ਉੱਥੇ ਦੁੱਖ ਕਲੇਸ਼ ਮਿਟਾ ਦਿੰਦਾ ਹੈ। ਕਿੱਥੇ ਸੇਜਾ ਤੇ ਸੌਣ ਵਾਲੇ ਸਿੰਘ, ਕਿੱਥੇ ਮਾਛੀਵਾੜੇ ਨਾਲ ਕੰਡਿਆਂ ਤੇ ਭਾਈ ਦਇਆ ਸਿੰਘ ਹੋਣੀ, ਪਰ ਸੀ ਨਹੀਂ ਹੈ। ਬਾਣੀ ਦਾ ਅਭਿਆਸ ਇੰਨਾ ਹੈ, ਬਾਣੀ ਦੀ ਕਿਰਪਾ ਐਸੀ ਹੈ। ਇਹ ਬਾਣੀ ਨਾਲ ਹੀ ਸਾਰੀਆਂ ਬਰਕਤਾਂ ਮਿਲਣੀਆਂ ਨੇ। ਗੁਰੂ ਦੇ ਦਰ ਜੁੜਿਆ ਹੀ, ਚੰਮ ਨਾਲ ਜੁੜਿਆ ਕੱਖ ਨਹੀਂ ਜੇ ਮਿਲਦਾ। ਸਾਧੂਆਂ ਸੰਤਾਂ ਦਾ ਸਤਿਕਾਰ ਕਰੋ, ਪਰ ਗੁਰੂ ਸਾਡੇ ਕੇਵਲ ਗੁਰੂ ਗ੍ਰੰਥ ਸਾਹਿਬ ਨੇ। ਗੁਰੂ ਵਾਲੇ ਬਣੋ। ਕੱਲ ਨੂੰ ਸੁਬਹ ਦਾ ਦੀਵਾਨ ਜਿੱਥੇ ਵੀ ਹੋਵੇਗਾ, ਇਹ ਹੁਣ ਕੋਈ 4-5 ਗੁਰੂ ਘਰਾਂ ਵਿੱਚ ਦੀਵਾਨ ਨੇ, ਪ੍ਰਬੰਧਕ ਜ਼ਿਆਦਾ ਜਾਣਦੇ ਨੇ।
ਔਰ ਇਹ ਲੜੀ ਉਸੇ ਤਰ੍ਹਾਂ ਹੀ ਚੱਲੀ ਜਾਵੇਗੀ। ਪ੍ਰਬੰਧਕਾਂ ਪਾਸੋਂ ਆਪਨੇ ਖੇਚਲ ਕਰਨੀ, ਪੁੱਛ ਲੈਣਾ ਵੀ ਕੱਲ ਸੁਬਾਹ ਦਾ ਦੀਵਾਨ ਕਿੱਥੇ ਹੈ, ਉੱਥੇ ਫਿਰ ਅੱਗੇ ਕਥਾ ਆਰੰਭ ਕਰਾਂਗੇ। ਇਹ ਬਾਣੀ ਦੀ ਕਥਾ ਫਿਰ ਤਕਰੀਬਨ ਇਹਨੂੰ 6-7 ਦਿਨ ਤਾਂ ਚਾਹੀਦੇ ਹੁੰਦੇ ਨੇ, ਤੇ 6 ਕੀ ਦੀਵਾਨ ਨੇ। ਗੁਰੂ ਸਾਹਿਬ ਕਿਰਪਾ ਕਰਕੇ ਇਹ ਕਥਾ ਸੰਪੂਰਨ ਕਰਾ ਲੈਣ ਔਰ ਅਖੀਰਲੇ ਦਿਨ ਖੰਡੇ ਦੀ ਪੌਲ ਤਿਆਰ ਹੋਣੀ ਹੈ। ਉਹ ਪੌਲ ਜਿਹਦੇ ਨਾਲ 7 ਤੇ 9 ਸਾਲ ਦੇ ਨੀਆਂ 'ਚ ਚਿਣੇ ਗਏ, ਭੈ ਹੀ ਕੋਈ ਨਹੀਂ ਹੈ। ਉਹ ਪੌਲ ਜਿਸ ਦਾ ਨਸ਼ਾ ਹੀ ਐਸਾ ਹੈ, ਖੋਪੜ ਲੈ ਜਾਣ ਦਰਦ ਨਹੀਂ ਹੁੰਦਾ। ਉਹ ਪੌਲ 10 ਲੱਖ ਨੰਗੀਆਂ ਤਲਵਾਰਾਂ ਤੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ 14 ਤੇ 17 ਵਰ੍ਹਿਆਂ ਦੀ ਉਮਰ ਵਿੱਚ ਨੱਚਦੇ ਨੇ ਜਿਵੇਂ ਫੁੱਲਾਂ ਤੇ ਨੱਚਦੇ ਹੋਣ। ਉਹ ਖੰਡੇ ਦੀ ਪੌਲ ਜਿਸਨੇ 700 ਸਾਲ ਪੁਰਾਣੇ ਸਾਡੇ ਸੰਗਲ ਗਲਾਂ 'ਚੋਂ ਲਵਾਏ ਨੇ। ਐਸੀਆਂ ਬਰਕਤਾਂ ਵਾਲੀ ਖੰਡੇ ਦੀ ਪੌਲ ਤਿਆਰ ਹੋਣੀ ਹੈ। ਜਿਨ੍ਹਾਂ ਨੇ ਛਕਿਆ ਵਡਭਾਗੇ ਹੋ ਜੀਵਨ ਬਣਾਓ, ਤੇ ਜਿਹੜੇ ਮੇਰੇ ਵੀਰ ਭੈਣਾਂ ਜਹਾਜ਼ ਤੇ ਨਹੀਂ ਚੜੇ ਯਤਨ ਕਰੋ, ਪਰ ਛਕਿਓ ਉਦੋਂ ਜਦੋਂ ਅੰਦਰੋਂ ਮਨ ਬਣ ਗਿਆ। ਮੇਰਾ ਸੁਭਾਅ ਹੈ ਵੀ ਧੱਕੇ ਨਾਲ ਨਹੀਂ ਅੰਮ੍ਰਿਤ ਛਕਣਾ ਚਾਹੀਦਾ, ਇਹ ਕਹਿਣਾ ਚਾਹੀਦਾ। ਇੱਥੋਂ ਤੁਸੀਂ ਕਥਾ ਸੁਣ ਲਈ ਹੈ, ਮੈਂ ਜ਼ੋਰ ਲਾਈ ਗਿਆ, ਤੁਸੀਂ ਆਖਿਆ ਵੀ ਚਲੋ ਵੀ ਇੰਨੀ ਦੂਰੋਂ ਆਏ ਗਿਆਨੀ ਜੀ, ਇੰਨੀ ਦੂਰੋਂ ਆਏ, ਇੰਨੇ ਤਰਲੇ ਲਏ ਆ, ਮਾਨੀ ਲਈਏ। ਤੇ ਤਕਾਲਾ ਨੂੰ ਫੇਰ ਉਹੋ ਹੀ ਹਾਲ ਹੈ, ਕਿੱਲੀ ਤੇ ਤਲਵਾਰਾਂ ਨੇ, ਕਿਰਪਾਨਾਂ ਨੇ, ਹੱਥ 'ਚ ਬੋਤਲਾਂ ਨੇ। ਇਹ ਨਹੀਂ, ਅਭਿਲਾਸ਼ਾ ਪੈਦਾ ਕਰਿਓ ਔਰ ਇਹ 5-6 ਦਿਨ ਅੰਮ੍ਰਿਤ ਦੀਆਂ ਬਰਕਤਾਂ ਸੁਣਿਓ। ਕੈਸੀਆਂ ਤਾਕਤਾਂ ਨੇ ਗੁਰੂ ਘਰ ਦੇ ਅੰਮ੍ਰਿਤ ਦੀਆਂ। ਅਭਿਲਾਸ਼ਾ ਪੈਦਾ ਹੋ ਗਈ ਤੇ ਜਹਾਜ਼ ਤੇ ਜ਼ਰੂਰ ਚੜਿਓ। ਸਮੇਂ ਦਾ ਨਹੀਂ ਕੋਈ ਪਤਾ ਹੁੰਦਾ ਵੀ ਅਗਲਾ ਸਾਹ ਮਿਲੇ ਕਿ ਨਾ। ਗੁਰੂ ਵਾਲੇ ਜ਼ਰੂਰ ਬਣਿਓ ਜੀ। ਭੁੱਲ ਚੁੱਕ ਦੀ ਖਿਮਾ। ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਬੰਤਾ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ।